खालसा शब्द अर्थ है भी कृपान वाले नहीं, खालसा अर्थ शब्द है जिहड़ा प्योर होवे, बिल्कुल प्योर, कोई मिलावट ना होवे। जब अपनी नजरां कड़े ते पैणगियां ना तो अपना हाथ रुक जाएगा कि ये बांह गुरु गोबिंद सिंह दी है, इहदे नाल गलत काम नहीं करना। जे आपां इस नाल गलत काम कीता तां ओह जिहड़ा लांछन है गुरु दे उपर लगेगा। ਇਹ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਿੱਚ ਬਾਹੂਬਲ ਵੀ ਬਹੁਤ ਸੀ ਨਾ। ਇਹ ਹੁਣ ਦੇ ਜਿਹੜੇ ਸਿੰਘ ਹੈ ਬਰਗਰ ਕੁਲਚੇ ਖਾ ਖਾ ਕੇ ਜਾਨ ਗਵਾ ਚੁੱਕੇ ਆਪਣੇ ਅੰਦਰੋਂ, ਉਹਨਾਂ ਵਾਸਤੇ ਬਣਾਇਆ ਗਿਆ ਇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਮਝਾਂਗੇ। ਆਕੀ ਸ਼ਬਦ ਆਏ ਨਹੀਂ ਵੀ ਕੋਈ ਹੋਰ ਧਰਮ ਦਾ ਰਹਿਣ ਹੀ ਨਹੀਂ ਦੇਣਾ, ਵੀ ਸਾਰਿਆਂ ਨੂੰ ਹਿੰਦੂਆਂ ਨੂੰ ਮਾਰ ਦੇਣਾ, ਮੁਸਲਮਾਨਾਂ ਨੂੰ ਕੱਢਣਾ, ਮਾਰ ਦੋ ਕੁੱਟ ਦੋ। ਕਿ ਸ਼ਸਤਰਾਂ ਦੇ ਨਾਲ ਹੀ ਲੋਟ ਆਉਂਦੇ ਨੇ। ਬਾਬਾ ਜਰਨੈਲ ਸਿੰਘ ਨੇ ਸ਼ਸਤਰ ਵੀ ਤਾਂ ਹੀ ਚੱਕੇ ਸੀ ਬਈ ਇਹ ਸਰਕਾਰ ਦੇ ਕੰਨ ਖੜੇ ਹੋ ਜਾਵੇਂ ਵੀ ਸਿੱਖਾਂ ਨੇ ਹੱਥਾਂ ਚੂੜੀਆਂ ਨਹੀਂ ਪਾਈਆਂ ਹੋਈਆਂ। ਜਿਹੜੀ ਕੌਮ ਦੇ ਕੋਲ, ਕਿਉਂਕਿ ਜਿਹੜੀ ਕੌਮ ਦੇ ਕੋਲ ਬਲ ਨਹੀਂ ਹੋਊਗਾ ਨਾ ਉਹ ਰਾਜ ਨਹੀਂ ਲੈ ਸਕੂਗੀ। ਜਿਹਦਾ ਰਾਜ ਨਹੀਂ ਹੋਊਗਾ ਉਹ ਕੌਮ ਰਹਿ ਨਹੀਂ ਸਕਦੀ ਕਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਹਰ ਸਿੱਖ ਨੂੰ 5 ਕਕਾਰ ਧਾਰਨ ਦੇ ਲਈ ਕਿਹਾ ਗਿਆ ਸੀ, ਅੰਮ੍ਰਿਤ ਛਕਾਇਆ ਗਿਆ ਸਿੱਖਾਂ ਨੂੰ। ਤੇ ਉਸ ਤੋਂ ਬਾਅਦ 5 ਕਕਾਰ ਬਖਸ਼ੇ ਸਨ, ਕੇਸ, ਕੜਾ, ਕੰਗਾ, ਕਸ਼ਹਿਰਾ ਤੇ ਕਿਰਪਾਨ। ਤੇ ਇਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਮੇਰਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਰਹੇਗਾ। ਤੇ ਇਸ ਦੇ ਨਾਲ ਜੇਕਰ ਅੱਜ ਦੀ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਪਤਿਤ ਹੁੰਦੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲਾਂ ਮਾਪੇ ਤਾਂ ਬੜਾ ਕੁਝ ਸਿਖਾਉਂਦੇ ਨੇ, ਉਸ ਤੋਂ ਬਾਅਦ ਜਦੋਂ ਥੋੜਾ ਵੱਡੇ ਹੋ ਜਾਂਦੇ ਨੇ ਤਾਂ ਕੇਸ ਵੀ ਕਤਲ ਕਰਾ ਦਿੰਦੇ ਨੇ। ਤੇ ਇਸ ਤੋਂ ਬਾਅਦ ਜੇਕਰ ਛੋਟੇ ਛੋਟੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਰੂਪ ਅਸੀਂ ਦੇਖਦੇ ਹਾਂ ਉਹ ਬੜਾ ਸਾਨੂੰ ਖਿੱਚਦਾ ਹੈ। ਕਈ ਬੱਚੇ ਅਜਿਹੇ ਨੇ ਜੋ ਪੂਰਨ ਤੌਰ ਤੇ ਗੁਰਸਿੱਖ ਨੇ, ਛੋਟੀ ਉਮਰ ਦੇ ਵਿੱਚ ਹੀ ਬਹੁਤ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ, ਪੂਰੀ ਰਹਿਤ ਮਰਿਆਦਾ ਦੇ ਵਿੱਚ ਰਹਿੰਦੇ ਨੇ। ਸੋ ਗੁਰੂ ਪਾਤਸ਼ਾਹ ਨੇ ਤਾਂ ਹੁਕਮ ਜਾਰੀ ਕੀਤਾ, ਉਸ ਨੂੰ ਨਿਭਾਉਣਾ ਕਿਵੇਂ ਆ ਇਹ ਤਾਂ ਸਾਡੇ ਤੇ ਡਿਪੈਂਡ ਕਰਦਾ ਹੈ। ਪਰ ਜੇਕਰ ਗੱਲ ਕੀਤੀ ਜਾਵੇ ਅੱਜ ਇੱਕ ਐਸੇ ਬੱਚੇ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਸ ਦਾ ਨਾਮ ਹੈ ਹਰਮਨਜੋਤ ਸਿੰਘ ਖਾਲਸਾ। ਉਮਰ ਭਾਵੇਂ 15 ਸਾਲ ਦੀ ਹੈ ਪਰ ਗੱਲਾਂ ਉਹਨਾਂ ਦੀਆਂ ਬਾ ਕਮਾਲ ਨੇ। ਛੋਟੀ ਉਮਰ ਦੇ ਵਿੱਚ ਹੀ ਬੜੀ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ, ਪੂਰਨ ਤੌਰ ਤੇ ਗੁਰਸਿੱਖ ਨੇ। ਆਓ ਇੱਕ ਵਾਰ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਵਾਉਂਦੇ ਹਾਂ ਤੇ ਰੂਹ ਤੁਹਾਡੀ ਵੀ ਜਿਹੜੀ ਖੁਸ਼ ਹੋ ਜਾਵੇਗੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਡੇਲੀ ਪੋਸਟ ਪੰਜਾਬੀ ਤੇ ਸਵਾਗਤ ਕਰਦੇ ਹਾਂ। ਫਤਿਹ ਅਰਜ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਮਨ ਜੀ, ਅਸੀਂ ਤੁਹਾਨੂੰ ਦੇਖ ਰਹੇ ਹਾਂ ਕਿ ਪੂਰਨ ਤੌਰ ਤੇ ਗੁਰਸਿੱਖੀ ਚੋਂ 15 ਸਾਲ ਦੀ ਉਮਰ ਹੈ। ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਛੋਟੇ ਬੱਚੇ ਪਹਿਲਾਂ ਹੁੰਦੇ ਆ ਮੋਬਾਈਲਾਂ ਵੱਲ ਬੜਾ ਭੱਜਦੇ ਕਿ ਅਸੀਂ ਮੋਬਾਈਲ ਤੇ, ਅਸੀਂ ਟਿਕਟੌਕ ਤੇ ਬਣਾਉਣਾ ਜਾਂ ਗਾਣਿਆਂ ਤੇ ਨੱਚਣਾ। ਪਰ ਤੁਸੀਂ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਹੋ, ਪੂਰਨ ਤੌਰ ਤੇ ਗੁਰਸਿੱਖ ਹੋ। ਅੰਮ੍ਰਿਤ ਕਦੋਂ ਛਕਿਆ ਸੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਅੰਮ੍ਰਿਤ ਜੋ ਛਕਿਆ ਸੀ 2016 ਵਿੱਚ 26 ਮਈ ਨੂੰ, ਕਿਉਂਕਿ ਉਹ ਮੇਰਾ ਅਸਲੀ ਜਨਮ ਹੈ। 2006 ਵਿੱਚ ਮੇਰਾ ਸੰਸਾਰਿਕ ਤੌਰ 'ਤੇ ਜਨਮ ਹੋਇਆ, ਪਰ ਜਿਹੜਾ ਗੁਰੂ ਦੇ ਲੜ ਲੱਗਿਆ ਅਸਲੀ ਤੌਰ 'ਤੇ ਜਿਹੜਾ ਜਨਮ ਹੋਇਆ ਉਹ 26 ਮਈ 2016 ਨੂੰ ਪੰਜ ਪਿਆਰੇ ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਵਿਖੇ ਆਏ ਸਨ, ਕਨੂੜਕੀ ਵਿਖੇ। ਉੱਥੇ ਮੈਨੇ ਅੰਮ੍ਰਿਤ ਉਹਨਾਂ ਤੋਂ ਛਕਿਆ। ਉਸ ਤੋਂ ਬਾਅਦ ਮੈਂ ਦਮਦਮੀ ਟਕਸਾਲ ਦੇ ਨਾਲ ਪੂਰਨ ਤੌਰ 'ਤੇ ਜੁੜ ਗਿਆ। ਮੈਂ ਦਮਦਮੀ ਟਕਸਾਲ ਦੀ ਰਹਿਤ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੈਂ ਇਹ ਆਪਣਾ ਨਿਸ਼ਚੈ ਕਰ ਲਿਆ ਕਿ ਮੈਂ ਵੱਡਾ ਹੋ ਕੇ ਜਾਣਾ ਹੀ ਤਾਂ ਦਮਦਮੀ ਟਕਸਾਲ 'ਚ ਹੀ ਜਾਣਾ, ਕਿਉਂਕਿ ਦਮਦਮੀ ਟਕਸਾਲ ਇੱਕ ਐਸੀ ਜਗ੍ਹਾ ਹੈ ਜਿੱਥੇ ਜਾ ਕੇ ਖਾਲਸੇ ਪੈਦਾ ਹੁੰਦੇ ਹਨ। ਬਾਕੀ ਜੇ ਆਪਾਂ ਕਿਤੇ ਵੀ ਜਾ ਕੇ ਦੇਖ ਲਈਏ ਉੱਥੇ ਆਪਾਂ ਖਾਲਸੇ ਨਹੀਂ ਪੈਦਾ ਹੋ ਸਕਦੇ। ਜੇ ਖਾਲਸੇ ਦਾ ਅਰਥ ਹੈ ਪਿਓਰ। ਜੇ ਤੁਸੀਂ ਕਦੇ ਸਰੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਦੇਖੀ ਹੋਵੇ ਨਾ, ਉਹਦੇ ਉੱਪਰ ਲਿਖਿਆ ਹੋਇਆ ਖਾਲਸ ਸ਼ਬਦ ਦਾ ਅਰਥ ਹੈ ਵੀ ਕਿਰਪਾਨ ਵਾਲੇ ਨਹੀਂ, ਖਾਲਸਾ ਅਰਥ ਸ਼ਬਦ ਹੈ ਜਿਹੜਾ ਪਿਓਰ ਹੋਵੇ, ਬਿਲਕੁਲ ਪਿਓਰ, ਕੋਈ ਮਿਲਾਵਟ ਨਾ ਹੋਵੇ। ਮਹਾਰਾਜ ਸਾਹਿਬ ਜੀ ਨੇ ਇਹ ਆਖਿਆ ਹੈ ਕਿ ਮੇਰਾ ਖਾਲਸਾ ਮਿਲਾਵਟ ਤੋਂ ਰਹਿਤ ਹੋਣ ਵਾਸਤੇ ਆਪਾਂ ਨੂੰ 5 ਕੱਕਿਆਂ ਦੀ ਵੀ ਲੋੜ ਪੈਂਦੀ ਹੈ। ਪਹਿਲਾਂ ਤਾਂ ਆਪਾਂ ਨੇ ਇਹ ਗਊ ਗਰੀਬੀ ਰੱਖਿਆ ਵਾਸਤੇ ਸ਼ਸਤਰ ਧਾਰਨ ਕੀਤੇ ਹੈ। ਫਿਰ ਇਹ ਚੀਜ਼ ਦੂਰ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਆਪਾਂ ਨੂੰ ਕਿਹਾ ਕਿ ਕੜਾ ਮੇਰੇ ਸਿੱਖ ਨੇ ਪਾਉਣਾ ਹੈ, ਕਿਉਂਕਿ ਸੱਜੇ ਹੱਥ 'ਚ ਕੜਾ ਤਾਂ ਪਾਉਣਾ ਹੈ ਜੇ ਬਈ ਜਦ ਵੀ ਕੋਈ ਆਪਾਂ ਕੰਮ ਸ਼ੁਰੂ ਕਰਦੇ ਹੈ ਆਪਣਾ ਸੱਜਾ ਹੱਥ ਪਹਿਲਾਂ ਅੱਗੇ ਜਾਂਦਾ ਹੈ। ਸੱਜਾ ਹੱਥ ਜਦ ਅੱਗੇ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਮੇਰੇ ਸਿੱਖ ਨੇ ਸੱਜੇ ਹੱਥ 'ਚ ਕੜਾ ਪਾਉਣਾ ਹੈ। ਇਹ ਹੱਥ ਕੜੀ ਹੈ, ਗੁਰੂ ਦੀ ਹੱਥ ਕੜੀ ਹੈ।
ਜਦ ਵੀ ਆਪਾਂ ਕੋਈ ਕੰਮ ਕਰਨ ਲੱਗੂਗੇ ਜਾਂ ਕੋਈ ਗਲਤ ਕੰਮ ਕਰਨ ਲੱਗੂਗੇ ਜਾਂ ਕਿਸੇ ਨਾਲ ਠੱਗੀ ਮਾਰਨ ਲੱਗੂਗੇ ਜਾਂ ਕੋਈ ਹੋਰ ਵੀ ਗਲਤ ਕੰਮ ਕਰਨ ਲੱਗੂਗੇ ਤਾਂ ਆਪਾਂ ਨਾ ਹੱਥ ਕੜੇ ਜਦ ਆਪਣੀ ਨਜ਼ਰਾਂ ਕੜੇ ਤੇ ਪੈਣਗੀਆਂ ਨਾ ਤਾਂ ਆਪਣਾ ਹੱਥ ਰੁਕ ਜਾਏਗਾ ਕਿ ਇਹ ਬਾਂਹ ਗੁਰੂ ਗੋਬਿੰਦ ਸਿੰਘ ਦੀ ਹੈ, ਇਹਦੇ ਨਾਲ ਗਲਤ ਕੰਮ ਨਹੀਂ ਕਰਨਾ। ਜੇ ਆਪਾਂ ਇਸ ਨਾਲ ਗਲਤ ਕੰਮ ਕੀਤਾ ਤਾਂ ਉਹ ਜਿਹੜਾ ਲਾਂਛਨ ਹੈ ਗੁਰੂ ਦੇ ਉੱਪਰ ਲੱਗੇਗਾ, ਕਿਉਂਕਿ ਆਪਾਂ ਗੁਰੂ ਨੂੰ ਸਮਰਪਿਤ ਹੋ ਗਏ। ਜਿਹੜਾ ਗੁਰੂ ਦਾ ਸਿੱਖ ਹੈ, ਜੇ ਜਿਵੇਂ ਕੋਈ ਬੱਚਾ ਗਲਤ ਕੰਮ ਕਰ ਦਿੰਦਾ ਹੈ ਉਸਦੇ ਪਿਤਾ ਦੇ ਉੱਪਰ ਦਾਗ ਲੱਗਦਾ ਹੈ, ਉਸਦੇ ਦਾਦੇ ਦੇ ਉੱਪਰ ਦਾਗ ਲੱਗਦਾ ਹੈ। ਜਿਹੜੇ ਗੁਰੂ ਦਾ ਸਿੱਖ ਹੈ, ਜਦ ਆਪਾਂ ਨੂੰ ਅੰਮ੍ਰਿਤ ਛਕਾਉਂਦੇ ਆਪਾਂ ਨੂੰ ਕਹਿੰਦੇ ਨਹੀਂ ਵੀ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਜੀ, ਦਾਦੀ ਮਾਤਾ ਗੁਜਰ ਕੌਰ ਜੀ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਸਾਹਿਬ ਕੌਰ ਜੀ। ਤਾਂ ਆਪਣੇ ਫਿਰ ਆਪਣੇ ਕਰਕੇ ਆਪਣੇ ਗੁਰੂ ਨੂੰ ਆਪਣੇ ਪਿਤਾ ਨੂੰ ਨੀਵਾਂ ਕਿਉਂ ਹੋਣਾ ਪਵੇ? ਜਿਹੜੇ ਬੱਚੇ ਕਰਕੇ ਪਿਤਾ ਨੂੰ ਨੀਵਾਂ ਹੋਣਾ ਪੈ ਜਾਵੇ, ਸੰਸਾਰ ਉਸ ਬੱਚੇ ਦਾ ਬਿਲਕੁਲ ਸਤਿਕਾਰ ਨਹੀਂ ਕਰਦਾ। ਉਸ ਤਰ੍ਹਾਂ ਆਪਾਂ ਨੂੰ ਨਾ ਹਾਲਤ ਵਿੱਚ ਨਾ ਪਾਲਤ ਵਿੱਚ ਨਾ ਇੱਥੇ ਨਾ ਉੱਥੇ ਨਾ ਰੱਬ ਦੀ ਦਰਗਾਹ ਵਿੱਚ ਨਾ ਸੰਸਾਰੀ ਲੋਕਾਂ ਵਿੱਚ ਮਾਣ ਪ੍ਰਾਪਤ ਹੋਣਾ ਹੈ। ਉੱਥੇ ਜਾ ਕੇ ਵੀ ਜੁੱਤੀਆਂ ਪੈਣੀਆਂ, ਉਰੇ ਵੀ ਜੁੱਤੀਆਂ ਪੈਣੀਆਂ ਜੇ ਆਪਾਂ ਆਪਣੇ ਗੁਰੂ ਤੋਂ ਬੇਮੁਖ ਹੋਵਾਂਗੇ। ਜੋ ਵੀ ਆਪਾਂ ਫੋਨਾਂ 'ਤੇ ਲੱਗੇ ਰਹਿੰਦੇ ਹਾਂ, ਫੋਨਾਂ ਵਿੱਚ ਮੈਂ ਇਹ ਨਹੀਂ ਕਹਿੰਦਾ ਫੋਨ, ਕਿਉਂਕਿ ਅੱਜ ਕੱਲ੍ਹ ਦਾ ਜ਼ਮਾਨਾ ਟੈਕਨੋਲੋਜੀ ਦਾ ਜ਼ਮਾਨਾ ਹੈ। ਫੋਨਾਂ ਬਿਨਾਂ ਕੁਛ ਨਹੀਂ ਹੋ ਸਕਦਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਪਹਿਲਾਂ ਕਮਿਊਨੀਕੇਸ਼ਨ ਨਹੀਂ ਹੁੰਦਾ ਸੀ, ਪਹਿਲਾਂ ਚਿੱਠੀਆਂ ਭੇਜ ਕੇ ਜਾਂ ਹੋਰ ਕੰਮ ਕਰਕੇ ਸਾਰ ਦਿੰਦੇ ਸੀ। ਹੁਣ ਆਧੁਨਿਕ ਜ਼ਮਾਨਾ ਆ ਗਿਆ, ਹਥਿਆਰਾਂ ਦਾ ਟਾਈਮ ਆ ਗਿਆ। ਹੁਣ ਜੇ ਆਪਾਂ ਗੱਲ ਕਰੀਏ ਉੱਧਰ ਤੋਂ ਕੋਈ ਦੁਸ਼ਮਣ ਦੇਸ਼ ਆਪਾਂ 'ਤੇ ਹਮਲਾ ਕਰ ਦੇਵੇ, ਆਪਣੇ ਕੋਲ ਫੋਨ ਨਾ ਹੋਣ ਟੈਕਨੋਲੋਜੀ ਵਾਲੇ ਹਥਿਆਰ ਹੋਣ, ਟੈਕਨੋਲੋਜੀ ਵਾਲੇ ਹਥਿਆਰਾਂ ਦਾ ਕੀ ਫਾਇਦਾ ਜਦ ਹਫ਼ਤੇ ਵਿੱਚ ਜਾਂ ਮਹੀਨੇ ਵਿੱਚ ਤਾਂ ਜਿਹੜਾ ਰਾਜਾ ਉੱਥੇ ਦਾ ਉਹਦੇ ਕੋਲ ਚਿੱਠੀ ਪਹੁੰਚਣੀ ਹੈ। ਜੇ ਆਪਣੇ ਕੋਲ ਫੋਨ ਹੋਊਗਾ ਉਹ ਜਦੇ ਉਸ ਨੂੰ ਆਰਡਰ ਕਰ ਦੂਗਾ ਆਪਣੀ ਫੌਜ ਨੂੰ ਵੀ ਜਾ ਕੇ ਹਮਲਾ ਕਰੋ। ਜਿੱਥੇ ਹਰ ਚੀਜ਼ ਦਾ ਜਿੱਥੇ ਫਾਇਦਾ ਉੱਥੇ ਇਹਦਾ ਨੁਕਸਾਨ ਵੀ ਹੈ। ਫਿਰ ਆਪਾਂ ਜੇ ਫੋਨਾਂ ਦੀ ਵਰਤੋਂ ਗੁਰਬਾਣੀ ਸੁਣਨ ਵਾਸਤੇ ਵੀ ਕੀਤੀ ਜਾ ਸਕਦੀ ਹੈ। ਹੁਣ ਕਈ ਰਾਗੀ ਸਿੰਘ ਨੇ ਜਿਹੜੇ ਫੋਨਾਂ ਤੋਂ ਦੇਖ ਕੇ ਸ਼ਬਦ ਪੜ੍ਹਦੇ ਨੇ। ਵੈਸੇ ਤਾਂ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਬੈਸਟ ਹੈ ਕਿ ਸ਼ਬਦ ਨੂੰ ਯਾਦ ਕਰਨਾ, ਕਿਉਂਕਿ ਫੋਨਾਂ ਨਾਲ ਆਪਣੇ ਗੰਦੇ ਹੱਥ ਲੱਗ ਜਾਂਦੇ ਨੇ। ਹੁਣ ਸਾਰੀ ਗੁਰਬਾਣੀ ਹੈ ਜਿਹੜੀ ਉਹ ਗੁਟਕਾ ਸਾਹਿਬ ਵਿੱਚ ਵੀ ਨਹੀਂ ਹੁੰਦੀ, ਕੁਛ ਬਾਣੀ ਹੁੰਦੀ ਹੈ, ਕੁਛ ਸ਼ਬਦ ਹੁੰਦੇ ਆ। ਹੁਣ ਨਵੇਂ ਜਿਹੜੇ ਸ਼ਬਦ ਹੈ ਨਵੇਂ ਤੌਰ 'ਤੇ ਆਤੇ ਆਪਾਂ ਬਾਜੇ 'ਤੇ ਗੁਟਕਾ ਸਾਹਿਬ ਨੂੰ ਪ੍ਰਕਾਸ਼ ਵੀ ਨਹੀਂ ਕਰ ਸਕਦੇ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਭ ਦੇ ਘਰ ਨਹੀਂ ਹੁੰਦਾ। ਹੁਣ ਕਈ ਬਾਹਰਲੇ ਦੇਸ਼ਾਂ ਵਿੱਚ ਸਿੱਖ ਸੰਗਤ ਗਈ ਹੁੰਦੀ ਹੈ, ਰਾਗੀ ਸਿੰਘ ਗਏ ਹੁੰਦੇ ਹਨ। ਉਹਨਾਂ ਨੇ ਜੇ ਜਹਾਜ਼ ਵਿੱਚ ਯਾਦ ਕਰਨਾ ਹੋਵੇ ਤਾਂ ਜੇ ਆਪਾਂ ਗੁਟਕਾ ਸਾਹਿਬ ਖੋਲ੍ਹ ਕੇ ਤੁਸੀਂ ਯਾਦ ਨਹੀਂ ਕਰ ਸਕਦੇ। ਇਸ ਲਈ ਫੋਨ ਆਪਣੇ ਵਾਸਤੇ ਬੈਸਟ ਸਾਧਨ ਹੈ। ਪਰ ਹੁਣ ਕਈ ਬੱਚੇ ਆ ਨਾ ਜਿਹੜੇ ਗੇਮਾਂ 'ਤੇ ਲੱਗ ਚੁੱਕੇ ਹੈ। ਇਹ ਸਾਰੀਆਂ ਗੇਮਾਂ ਇਹ ਆਪਣੇ ਮਾਈਂਡ ਨੂੰ ਹਿਪਨੋਟਾਈਜ਼ ਕਰਨ ਵਾਸਤੇ ਬਣਾਈਆਂ ਗਈਆਂ ਨੇ ਵੀ ਉਹ ਆਪਣਾ ਪੈਸਾ ਕਮਾਉਂਦੇ ਨੇ, ਆਪਣਾ ਦਿਮਾਗ ਹਿਪਨੋਟਾਈਜ਼ ਹੁੰਦਾ। ਲੋਕਾਂ ਨੂੰ ਆਪਣੇ ਦਿਮਾਗ ਨਾਲ ਕੁਛ ਨਹੀਂ ਫਰਕ ਪੈਂਦਾ, ਕਿਉਂਕਿ ਆਪਾਂ ਲੋਕ ਜਿਹੜੇ ਨਾ ਇਹ ਇੰਡੀਆ ਦੇ ਲੋਕ, ਪਹਿਲਾਂ ਇੰਡੀਆ ਸੋਨੇ ਦੀ ਚਿੜੀਆ ਹੁੰਦਾ ਸੀਗਾ, ਉਰੇ ਗਜਨੀ ਵਰਗੇ ਆਏ, ਇਹ ਤਾਂ ਕਰਕੇ ਲੁੱਟ ਕੇ ਲੈ ਗਏ। ਇਹਨਾਂ ਨੂੰ ਪਤਾ ਲੱਗ ਗਿਆ ਕਿ ਉਰੇ ਦੇ ਲੋਕਾਂ ਵਿੱਚ ਦਿਮਾਗ ਨਹੀਂ ਹੈਗਾ, ਥੋੜ੍ਹੇ ਦਿਮਾਗ ਤੋਂ ਉਹ ਨੇ, ਇਹਨਾਂ ਨੂੰ ਕਰਮ ਕਾਂਡਾਂ ਵਿੱਚ ਫਸਾ ਕੇ ਆਪਾਂ ਇਹਨਾਂ ਤੋਂ ਪੈਸੇ ਹੜਪ ਸਕਦੇ ਹਾਂ। ਤਾਂ ਗਜਨੀ ਵਰਗਿਆਂ ਨੇ ਆਪਣੇ ਦੇਸ਼ ਨੂੰ ਗਰੀਬ ਕਰਕੇ ਰੱਖ ਦਿੱਤਾ, ਆਪਣੇ ਦੇਸ਼ ਉਹਨਾਂ ਨੇ ਅਮੀਰ ਕਰ ਲਏ। ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਆਪਾਂ ਨੂੰ ਹਿਪਨੋਟਾਈਜ਼ ਕਰਦੇ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਪਾਠ ਕਰੋ। ਮੈਂ ਨਹੀਂ ਕਹਿੰਦਾ ਫੋਨ ਨਾ ਕਰੋ, ਫੋਨਾਂ ਦੀ ਵੀ ਜ਼ਰੂਰਤ ਹੈ, ਫੋਨਾਂ ਦੀ ਵੀ ਜ਼ਰੂਰਤ ਹੈ। ਹਰ ਚੀਜ਼ ਨੂੰ ਬੈਲੈਂਸ ਕਰਕੇ ਰੱਖੋ। ਜੇ ਆਪਾਂ ਬੈਲੈਂਸ ਕਰਕੇ ਰੱਖਾਂਗੇ ਨਾ ਤਾਂ ਆਪਣਾ ਜੀਵਨ ਬਹੁਤ ਜ਼ਿਆਦਾ ਸੁਧ ਹੋ ਜਾਏਗਾ। ਹਰਮਨ, ਉਮਰ ਬੜੀ ਛੋਟੀ ਹੈ, ਗੱਲਾਂ ਤਾਂ ਬੜੀਆਂ ਵੱਡੀਆਂ ਕਹਿ ਦਿੱਤੀਆਂ। ਤੁਸੀਂ ਤਾਂ ਮੈਨੂੰ ਵੀ ਆਪਣੇ ਮੁਰੀਦ ਬਣਾ ਲਿਆ। ਹਾਲੇ ਉਮਰ ਬੜੀ ਛੋਟੀ ਤੇ ਗੱਲਾਂ ਬੜੀਆਂ ਵੱਡੀਆਂ ਕਹਿਤੀਆਂ ਕਿ ਵਾਕਈ ਮੈਂ ਕਿਹਾ ਸੀ ਨਾ ਕਿ ਤੁਸੀਂ ਇੰਟਰਵਿਊ ਸ਼ੁਰੂ ਕਰਾਂਗੇ ਤੁਹਾਡੀ ਰੂਹ ਖੁਸ਼ ਹੋਵੇਗੀ। ਬਿਲਕੁਲ ਜੀ, ਹਾਲੇ ਤਾਂ ਗੱਲਾਂ ਦੀ ਸ਼ੁਰੂਆਤ ਹੋਈ ਹੈ। ਸੋ ਹਰਮਨ ਜੀ, ਮੈਂ ਪੁੱਛਣਾ ਚਾਹਾਂਗੀ ਕਿ ਜਿੱਦਾਂ ਹੁਣ ਤੁਸੀਂ ਸ਼ੁਰੂਆਤ 'ਚ ਬੜੇ ਬੇਬਾਕੀ ਦੇ ਨਾਲ ਬੋਲਿਓ, ਅੰਮ੍ਰਿਤ ਤੁਸੀਂ ਦੱਸਿਆ ਕਿ ਦਾਤ 26 ਮਈ ਨੂੰ ਪ੍ਰਾਪਤ ਕੀਤੀ ਸੀ, ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਇੰਨਾ ਰਹਿਤ ਮਰਿਆਦਾ ਦੇ ਵਿੱਚ ਇੰਨੀ ਸਿੱਖਿਆ ਕਿਵੇਂ ਲੈ ਲਈ ਤੁਸੀਂ? ਹਾਲੇ ਛੋਟੀ ਉਮਰ ਹੈ, ਕਿਹਨੇ ਸਿਖਾਇਆ? ਪ੍ਰੇਰਨਾ ਕਿੱਥੋਂ ਮਿਲਦੀ ਹੈ? ਸਭ ਤੋਂ ਪਹਿਲਾਂ ਤਾਂ ਜਦੋਂ ਇਹ 5 ਪਿਆਰੇ ਆਏ ਸੀ ਨਾ ਦਮਦਮੀ ਟਕਸਾਲ ਤੋਂ, ਬਾਬਾ ਹਰਨਾਮ ਸਿੰਘ ਜੀ ਨੇ ਭੇਜੇ ਸੀ। ਉਹਨਾਂ ਨੇ ਮੈਨੂੰ ਉਸ ਦਿਨ ਕਹਿਤਾ ਸੀ ਬਈ ਤਾਂ ਜੇ ਦਮਦਮੀ ਟਕਸਾਲ 'ਚ ਜਾਣਾ, ਕਿਉਂਕਿ ਮੈਂ ਪਹਿਲਾਂ ਤੋਂ ਨਿਸ਼ਚਾ ਕਰ ਲਿਆ ਸੀ ਮੈਂ ਦਮਦਮੀ ਟਕਸਾਲ 'ਚ ਜਾਣਾ ਹੈ। ਕਹਿੰਦੇ ਜੇ ਤੇ ਦਮਦਮੀ ਟਕਸਾਲ 'ਚ ਜਾਣਾ ਹੈ, ਦਮਦਮੀ ਟਕਸਾਲ ਦੇ ਵਿੱਚ ਜੇ ਕਿ ਜੋੜੇ ਝਾੜਨੇ ਸੰਗਤ ਦੇ, ਕਿਉਂਕਿ ਮੈਂ 5 ਪਿਆਰਿਆਂ ਦੀ ਸੇਵਾ 'ਚ ਲੱਗਣਾ ਦਮਦਮੀ ਟਕਸਾਲ ਵਿੱਚ ਜਾ ਕੇ। ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਦਮਦਮੀ ਟਕਸਾਲ 'ਚ ਸਿੰਘ ਰਹਿੰਦੇ ਨੇ ਉਹ ਪੱਕੇ ਰਹਿਤ ਮਰਿਆਦਾ ਦੇ ਕੱਟੜ ਨੇ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਤਾਂ ਜਦ 6ਵੇਂ ਪਾਤਸ਼ਾਹ ਜੀ ਦਾ ਜਦ ਕਿ ਘੋੜਾ ਸੀ ਨਾ, ਉਹ ਹੁੱਕੇ ਦੇ ਖੇਤ ਵਿੱਚੋਂ ਦੇ ਮੂਹਰੇ ਦੇ ਵੀ ਨਹੀਂ ਲੰਘਿਆ ਸੀ,
ਆਪਾਂ ਇਤਿਹਾਸ ਵਿੱਚ ਬਚਨ ਸੁਣਦੇ ਹਾਂ, ਮੂਹਰੇ ਦੇ ਵੀ ਲੰਘਿਆ ਸੀ। ਪਰ ਜਿਹੜੇ ਬਰਗਰਾਂ ਤੇ ਰੇਹੜੀਆਂ ਵਾਲੇ ਹੱਥ ਲਾਉਂਦੇ ਨੇ ਹੁੱਕੇ ਤੰਬਾਕੂ ਦੇ ਹੱਥ ਪਾ ਕੇ, ਆਪਾਂ ਨੂੰ ਐਂ ਲੱਗਦਾ ਕਿ ਆਪਾਂ ਕਿਹੜੇ ਖਾ ਲਿਆ, ਆਪਾਂ ਕਿਹੜੇ ਵਿੱਚ ਆਪਾਂ ਕਦੇ ਤਾਂ ਖਾਂਦੇ ਨਹੀਂ। ਆਪਾਂ ਨੂੰ ਤਾਂ ਐਂ ਲੱਗਦਾ ਫਿਰ ਆਪਣਾ ਪਾਠ ਵਿੱਚ ਮਨ ਨਹੀਂ ਟਿਕਦਾ, ਕਿਉਂਕਿ ਹੁੱਕੇ ਦਾ ਥੋੜ੍ਹਾ ਜਿਹਾ ਵੀ ਨਾ, ਥੋੜ੍ਹਾ ਜਿਹਾ ਵੀ ਅੰਸ਼ ਆਪਣੇ ਵਿੱਚ ਚਲ ਜਾਂਦਾ, ਕਿਉਂਕਿ ਹੱਥ ਲੱਗ ਕੇ। ਹੁਣ ਚਲੋ, ਹੁਣ ਆਪਾਂ ਨੂੰ ਪਤਾ ਹੀ ਹੈ ਕਿ ਬਿਮਾਰੀ ਫੈਲੀ ਹੋਈ ਹੈ, ਕਰੋਨਾ ਵਾਇਰਸ ਨਾਮ ਦੀ ਮਹਾਮਾਰੀ। ਇਹ ਬਿਮਾਰੀ ਐਵੇਂ ਫੈਲਦੀ ਹੈ, ਵਾਇਰਸ ਹੈ, ਆਪਾਂ ਜੇ ਟੱਚ ਕਰਾਂਗੇ ਇੱਕ ਦੂਜੇ ਤੋਂ ਫੈਲੀ ਜਾਊਗਾ ਜਿਹਨੂੰ ਹੋਇਆ ਵਾ ਇਹ, ਜਾਂ ਖੰਘ ਦੇ ਜ਼ਰੀਏ। ਹੁਣ ਜਿਹੜਾ ਕਰੋਨਾ ਵਾਇਰਸ ਹੈ, ਜੇ ਆਪਣੇ ਕਿਸੇ ਨੇ ਆਪਣੇ ਖਾਣੇ ਨੂੰ ਕਿਸੇ ਨੇ ਹੱਥ ਰੱਖਤਾ, ਆਪਣੇ ਖਾਣੇ ਤੇ ਕਿਸੇ ਨੇ ਹੱਥ ਲਾਤਾ, ਕਿਸੇ ਹੋਟਲ 'ਚ ਖਾਣ ਗਏ ਆਪਾਂ, ਉੱਥੇ ਦਾ ਜਿਹੜਾ ਵੇਟਰ ਹੈ, ਜਿਹੜਾ ਖਾਣਾ ਕੁੱਕ ਬਣਾਉਂਦਾ ਸ਼ੈਫ, ਉਹਨੇ ਹੱਥ ਲਾਤਾ, ਉਹਨੂੰ ਜੇ ਕਰੋਨਾ ਵਾਇਰਸ ਹੋਇਆ ਆਪਾਂ ਨੂੰ ਤਾਂ ਐਂ ਲੱਗਿਆ ਵੀ ਆਪਾਂ ਤਾਂ ਕਰੋਨਾ ਵਾਇਰਸ ਵਾਲੇ ਬੰਦੇ ਕੋਲ ਗਏ ਨਹੀਂ, ਆਪਾਂ ਤਾਂ ਪੂਰੇ ਪ੍ਰੀਕਾਸ਼ਨਸ ਰੱਖੇ ਹੈ। ਜਿਹੜਾ ਉਹ ਸੀ ਉਹ ਵੀ ਹੱਥ ਧੋਂਦਾ ਸੀ, ਬਾਰ-ਬਾਰ ਸੈਨੀਟਾਈਜ਼ ਕਰਦਾ ਸੀ, ਆਪਾਂ ਵੀ ਸੈਨੀਟਾਈਜ਼ ਕਰਦੇ ਹੈ। ਪਰ ਗੜਬੜ ਕਿੱਥੇ ਹੋਈ, ਜਿਹੜਾ ਕੁੱਕ ਸੀ ਉਹਨੇ ਵਿੱਚ ਹੱਥ ਲਾਤੇ, ਉਹਦੇ ਕਰਕੇ ਜਿਹੜੀ ਬਿਮਾਰੀ ਸੀ ਉਹ ਆਪਣੇ ਅੰਦਰ ਚਲੇਗੀ। ਉਵੇਂ ਇਹ ਤੰਬਾਕੂ ਹੈ, ਜਿਹੜਾ ਇਹਨਾਂ ਨੇ ਆਪਣੇ ਹੱਥ, ਜਿਹੜੇ ਜਰਦਾ ਬੀੜੀ ਖਾਂਦੇ ਉਹਨਾਂ ਨੇ ਆਪਣੇ ਹੱਥ ਵਿੱਚ ਲਾ ਦਿੱਤੇ, ਉਹਦੇ ਕਰਕੇ ਆਪਣੇ ਅੰਦਰ ਚਲਾ ਗਿਆ ਉਹ ਜਿਹੜਾ ਤੰਬਾਕੂ ਹੁੰਦਾ ਹੈ। ਸੋ ਆਪਣਾ ਉਹਦੇ ਕਰਕੇ ਸਿੰਘਾਂ ਦਾ ਮਨ ਨਹੀਂ ਟਿਕਦਾ ਪਾਠ ਵਿੱਚ। ਫਿਰ ਮੈਨੂੰ ਪੰਜ ਪਿਆਰਿਆਂ ਨੇ ਕਿਹਾ, ਹੁਕਮ ਕੀਤਾ, ਫਿਰ ਮੈਂ ਉਹਨਾਂ ਦਾ ਹੁਕਮ ਮੰਨਿਆ, ਕਿਉਂਕਿ ਪੰਜ ਪਿਆਰਿਆਂ ਪੰਜ ਪਰਮੇਸ਼ਰ ਹੈ, ਪੰਜੀ ਪਰਮੇਸ਼ਰ ਮਹਾਰਾਜ ਸਾਹਿਬ ਨੇ ਕਿਹਾ, ਪੰਜੀ ਪਰਮੇਸ਼ਰ। ਅਤੇ ਵੈਸੇ ਵੀ ਦਮਦਮੀ ਟਕਸਾਲ ਵਿੱਚ ਜਾਣਾ ਹੀ ਸੀ, ਤਾਂ ਫਿਰ ਉਹਨਾਂ ਦੀ ਮੈਂ ਗੱਲ ਮੰਨ ਕੇ, ਬਚਨ ਮੰਨ ਕੇ ਰਹਿਤ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਦਿਨ ਤੋਂ ਮੈਂ ਅੰਮ੍ਰਿਤ ਛਕਿਆ, ਮਹਾਰਾਜ ਸਾਹਿਬ ਦੀ ਕਿਰਪਾ ਹੋਈ। ਉਸ ਤੋਂ ਬਾਅਦ ਜਿੱਦਣ ਦਾ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਦੇ ਜਾਣ ਤੋਂ ਬਾਅਦ, ਜਿੱਦਣ ਪੰਜ ਪਿਆਰੇ ਗਏ, ਉਸ ਤੋਂ ਬਾਅਦ ਮੈਂ ਨਿਸ਼ਚਾ ਕਰ ਲਿਆ, ਉਸ ਤੋਂ ਦਿਨ ਤੋਂ ਬਾਅਦ ਮੈਂ ਨਾ ਚਾਹ ਪੀਤੀ ਹੈ, ਨਾ ਮਹਾਰਾਜ ਦੀ ਕਿਰਪਾ ਕਰਨ, ਅੱਗੇ ਵੀ ਐਂ ਰੱਖਣ, ਨਾ ਕੋਈ ਬਾਹਰਲਾ ਸਮਾਨ ਛਕਿਆ ਹੀ। ਜੋ ਵੀ ਛਕਿਆ ਮੰਮਾ ਬਣਾ ਕੇ ਦਿੰਦੇ ਆ ਘਰ, ਮਾਤਾ ਜੀ। ਫਾਦਰ ਸਾਹਿਬ ਦੱਸ ਰਹੇ ਸੀ ਤੁਹਾਡੇ, ਅਸੀਂ ਗੱਲ ਕਰ ਰਹੇ ਸੀ ਉਹਨਾਂ ਦੇ ਨਾਲ, ਜਦੋਂ ਦੱਸ ਰਹੇ ਸੀ ਕਿ ਤੁਸੀਂ ਕਦੇ ਵੀ ਕਿਸੇ ਦੇ ਘਰੋਂ, ਕਿਸੇ ਦੇ ਘਰ ਤੋਂ ਬਣਿਆ ਖਾਂਦੇ ਨਹੀਂ ਹੈਗੇ, ਜੇ ਖਾਣੇ ਤਾਂ ਖਾਲਸੇ ਦੇ ਘਰ ਦਾ ਖਾਂਦੇ ਹੋ, ਜਿੱਥੇ ਪੂਰਨ ਤੌਰ ਤੇ ਗੁਰਸਿੱਖ ਹੋਵੇ। ਸੋ ਬੜੀ ਵੱਡੀ ਗੱਲ ਹੈ, ਛੋਟੀ ਜਿਹੀ ਉਮਰ 'ਚ ਜੇਕਰ ਇੰਨੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾਣ ਤਾਂ ਹਰ ਕੋਈ ਜਿਹੜਾ ਆ, ਅੱਜ ਸਾਡੀ ਜਿਹੜਾ ਪੰਜਾਬ ਗਰਕਦਾ ਜਾ ਰਿਹਾ ਨਸ਼ੇ ਦੇ ਵਿੱਚ। ਸੋ ਇਦਾਂ ਦੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਬੜੀ ਸੇਧ ਦੇ ਸਕਦੇ ਨੇ, ਤੇ ਪੰਜਾਬ ਰੰਗਲਾ ਪੰਜਾਬ ਬਣ ਜਾਏਗਾ। ਗੱਲ ਕਰਦੇ ਹਰਮਨ, ਤੁਸੀਂ ਤੀਰ ਫੜਿਆ ਹੋਇਆ ਹੈ, ਇਹਦਾ ਮਕਸਦ ਤੇ ਮਤਲਬ ਵੀ ਤੁਹਾਨੂੰ ਜ਼ਰੂਰ ਪਤਾ ਹੋਵੇਗਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਸ਼ਸਤਰ ਹੈ ਨਾ, ਇਹ ਪੀਰ ਹੈ, ਅਸਕਿਰਪਾਨ, ਖੰਡੋ ਖੜਗ, ਤੁਪਕ ਤਬਰ ਅਰ ਤੀਰ। ਤੀਰ ਦੋ ਪ੍ਰਕਾਰ ਦੇ ਹੈ, ਇੱਕ ਤਾਂ ਕਮਾਨ ਤੇ ਰੱਖ ਕੇ ਚਲਾਉਣੇ ਵਾਲਾ, ਇੱਕ ਹੱਥੋਂ ਹੱਥ ਦੀ ਲੜਾਈ 'ਚ ਵਰਤਣੇ ਵਾਲਾ। ਸ੍ਰੀ ਦਸਵੇਂ ਪਾਤਸ਼ਾਹ ਜੀ ਕੋਲ ਵੀ ਤੀਰ ਸੀ, ਜੋ ਆਪਾਂ ਹਜੂਰ ਸਾਹਿਬ ਰੋਜ਼ ਸੰਧਿਆ ਵੇਲੇ ਸੋਧਰ ਦੇ ਪਾਠ ਤੋਂ ਬਾਅਦ ਅਤੇ ਜਦ ਆਰਤੀ ਸਮਾਪਤ ਹੋ ਜਾਂਦੀ ਹੈ, ਸੁਖਾਸਨ ਹੋਣ ਤੋਂ ਬਾਅਦ ਸ਼ਸਤਰ ਦੇ ਦਰਸ਼ਨ ਕਰਾਏ ਜਾਂਦੀ ਹੈ। ਉਸ ਵਿੱਚ ਮਹਾਰਾਜ ਜੀ ਦਾ ਤੀਰ ਸੀ, ਸਰਬਲੂ ਦਾ ਬਣਿਆ ਹੋਇਆ, ਖਪਰਾ ਤੀਰ ਕਹਿੰਦੇ ਨੇ। ਖਪਰਾ ਤੀਰ, ਖਪਰਾ ਤੀਰ ਐਡਾ ਚੌੜਾ ਹੁੰਦਾ ਉਹ। ਇਹ ਤੀਰ ਤਾਂ ਚਲੋ ਇਹ ਸਟੀਲ ਦੇ ਤੀਰ ਹੈ, ਜਾਂ ਸਰਬਲੂ ਦੇ ਤੀਰ ਨੇ। ਇਹ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਿੱਚ ਬਾਹੂਬਲ ਵੀ ਬਹੁਤ ਸੀ ਨਾ। ਇਹ ਹੁਣ ਦੇ ਜਿਹੜੇ ਸਿੰਘ ਹੈ, ਬਰਗਰ ਕੁਲਚੇ ਖਾ ਖਾ ਕੇ ਜਾਨ ਗਵਾ ਚੁੱਕੇ ਆਪਣੇ ਅੰਦਰੋਂ, ਉਹਨਾਂ ਵਾਸਤੇ ਬਣਾਇਆ ਗਿਆ ਇਹ ਤੀਰ। ਇਹ ਤੀਰ ਤਾਂ ਕਰਕੇ ਮਹਾਰਾਜ ਸਾਹਿਬ ਨੇ ਕਿਹਾ, ਅਸਕਿਰਪਾਨ ਖੰਡੋ ਖੜਗ ਤੁਪ ਕਿਤਾਬਰ ਅਰ ਤੀਰ, ਸਹਿਬ ਸਰੋਹੀ ਸੈਥੀ ਇਹ ਹਮਾਰੇ ਪੀਰ। ਇਹ ਸਾਡੇ ਪੀਰ ਨੇ। ਆਪਾਂ ਸਭ ਤੋਂ ਪਹਿਲਾਂ ਤਾਂ ਪੀਰਾਂ ਦਾ ਸਤਿਕਾਰ ਕਰਨਾ ਹੈ। ਇਹ ਆਪਾਂ ਨੂੰ ਅੰਗ ਸੰਗ ਰਹਿਣਗੇ। ਜੇ ਆਪ ਹੁਣ ਕਹਿਣਗੇ ਵੀ, ਮੈਨੂੰ ਕਹਿਣਗੇ ਵੀ ਤੂੰ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਯਕੀਨ ਕਰਦਾ, ਜਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ 'ਤੇ ਅਟੈਕ ਹੋਇਆ, ਕਿ ਬਾਬਾ ਜੀ ਕੋਲ ਇੰਨੇ ਸ਼ਸਤਰ ਸੀਗੇ, ਸ਼ਹੀਦੀ ਫੌਜਾਂ ਹੀ ਲੜੀਆਂ ਸੀ ਨਾ। ਇਹ ਸਭ ਨਾਮ ਦੀ ਕਰਾਮਾਤ ਹੈ, ਜੇ ਆਪਾਂ ਨਾਮ ਜਪਾਂਗੇ, ਕਿਉਂਕਿ ਬਾਬਾ ਜੀ ਤਾਂ ਆਪ ਬ੍ਰਹਮ ਗਿਆਨੀ ਸੀ, ਸਾਰੇ ਉਹਨਾਂ ਦੇ ਅੰਡਰ ਸਨ। ਜਿੰਨੇ ਵੀ ਦੇਵੀ ਦੇਵਤੇ, ਬੜੇ ਬੜੇ ਰਾਜੇ, ਜਿਹੜੇ ਵੀ ਪਹਿਲਾਂ ਵਧੀਆ ਕੰਮ ਕਰਕੇ ਸਵਰਗਾਂ 'ਚ ਗਏ ਵੇ, ਸਾਰੇ ਅੰਡਰ ਸੀ। ਜੇ ਇੱਕ ਹੁਕਮ ਕਰਦੇ, ਸਾਰੀ ਧਰਤੀ ਨੂੰ ਗਰਕ ਕਰ ਦਿੰਦੇ। ਉਹਨਾਂ ਦੇ ਗੱਲ ਮੰਨ ਕੇ ਅਤੇ ਆਪਣੇ ਪੰਥ ਦੀ ਰੱਖਿਆ ਕਰਨ ਵਾਸਤੇ ਫਿਰ ਇਹ ਸ਼ਸਤਰ ਆਪਣੇ ਆਪ ਹੀ, ਇਹਨਾਂ ਨੂੰ ਦਿਵਯ ਅਸਤਰ ਕਹਿ ਦਿੰਦੇ ਹੈ, ਇਹ ਆਪਣੇ ਆਪ ਹੀ ਚੱਲਣੇ ਸ਼ੁਰੂ ਹੋ ਗਏ ਸੀ। ਤਾਂ ਕਰਕੇ ਫੌਜ ਦਾ ਇੰਨਾ ਨੁਕਸਾਨ ਹੋਇਆ। ਅਤੇ ਦੂਜੀ ਗੱਲ ਹੈ, ਇਹ ਆਪਣੀ ਆਤਮ ਰੱਖਿਆ ਵਾਸਤੇ ਹੈ, ਕਿਸੇ ਸ਼ੋਅ ਪੀਸ ਵਾਸਤੇ ਨਹੀਂ, ਆਤਮ ਰੱਖਿਆ ਵਾਸਤੇ ਹੈ। ਧੀ ਭੈਣ ਦੀ ਇੱਜ਼ਤ ਦੀ ਰਾਖੀ ਵਾਸਤੇ ਹੈ ਇਹ ਤੀਰ। ਜੇ ਹੱਥੋਂ ਹੱਥ ਦੀ ਲੜਾਈ ਹੋਏ, ਮੈਂ ਪੁਰਾਣੇ ਸਮੇਂ ਦੀ ਗੱਲ ਦੱਸਦਾ, ਪੁਰਾਣੇ ਸਮੇਂ ਵਿੱਚ ਇਹ ਤੀਰ ਕਦ ਬਣਿਆ ਸੀ, ਜਦ ਹੱਥੋਂ ਹੱਥ ਦੀ ਲੜਾਈ ਹੁੰਦੀ ਸੀ, ਜਦ ਦੁਸ਼ਮਣ ਜਮੀ ਨਜ਼ਦੀਕ ਆ ਜਾਂਦਾ ਸੀ ਨਾ, ਤਦ ਇਹ ਤੀਰ ਦੀ ਨੁਕੀਲੀ ਹੁੰਦੀ ਸੀ। ਵਰਸ਼ਾ ਨਹੀਂ, ਇਹ ਵਰਸ਼ੇ ਦਾ ਛੋਟਾ ਰੂਪ ਹੈ। ਇਹ ਜ਼ਿਆਦਾ ਟਾਈਮ ਇਹ ਆਪਾਂ ਆਪਣੇ ਉਹਦੇ 'ਚ ਵੀ ਛੁਪਾ ਸਕਦੇ ਹਾਂ, ਇਹਨੂੰ ਕਵਰ ਬਣਾ ਕੇ ਨਾ ਪਿੱਛੇ ਛੁਪਾ ਸਕਦੇ ਹੈ।
ਇਹ ਫਿਰ ਜਿਹੜੀ ਬਾਰਿਸ਼ ਆਪਣਾ ਸੰਜੋਗ ਪਾਈ ਹੁੰਦੀ ਹੈ, ਉਹ 'ਚ ਥੋੜ੍ਹੇ ਜਿਹੇ ਗੈਪ ਹੁੰਦੇ ਆ। ਇਹ ਗੈਪਾਂ ਵਿੱਚ ਦੀ ਜਿਹੜੇ ਲੰਘ ਕੇ ਨਾ ਅੰਦਰ ਬੰਦੇ ਦਾ ਅੰਦਰਲਾ ਢਿੱਡ ਦੇ ਵਿੱਚ ਵੱਜਦਾ ਜਾ ਕੇ, ਅਤੇ ਬੰਦਾ ਥਾਈ ਝਟਕਾ ਦਿੱਤਾ ਜਾਂਦਾ ਹੈ। ਇਹ ਨਿਹੰਗ ਸਿੰਘਾਂ ਵੱਲੋਂ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਸ਼ਸਤਰ ਬਣੇ ਸੀ। ਇਹ ਬਹੁਤ ਤਰ੍ਹਾਂ ਦੇ ਸ਼ਸਤਰਾਂ ਵਿੱਚ ਆਉਂਦੇ, 5 ਕਲਾ ਸ਼ਸਤਰ ਵਿੱਚ ਵੀ ਤੀਰ ਬਣਦੇ ਹੈ। ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਸੀ। ਇੱਕ ਤਾਂ ਖਪਰਾ ਤੀਰ ਹੱਥ 'ਚ ਫੜਨੇ ਵਾਲਾ, ਇੱਕ ਤੀਰ ਚਲਾਉਣੇ ਵਾਸਤੇ ਕਮਾਨ। ਇਹ ਤੇ ਭੁਲੇਖਾ ਨਾ ਖਾ ਜਿਓ ਕਿਤੇ ਕਮਾਨ ਤੇ ਚਲਾਉਣ ਲੱਗ ਜਾਓ। ਇਹ ਤੀਰ ਕਮਾਨ ਤੇ ਨਹੀਂ ਚਲਾ ਜਾ ਸਕਦਾ। ਜੇ ਆਪਾਂ ਕਮਾਨ ਤੇ ਚਲਾਵਾਂਗੇ ਇਹ ਤੀਰ ਆਪਣੇ ਹੀ ਪੈਰਾਂ ਤੇ ਵੱਜ ਜਾਵੇਗਾ। ਸੋ ਮੇਰੀ ਬੇਨਤੀ ਹੈ, ਇਹ ਸ਼ਸਤਰ ਹਨ, ਇਹ ਸਾਡੇ ਪੀਰਾਂ ਨੇ। ਜਿਹੜਾ ਬੰਦਾ ਇਹਨਾਂ ਤੋਂ ਬੇਮੁਖ ਹੋ ਗਿਆ, ਸਭ ਤੋਂ ਪਹਿਲਾਂ ਤੇ ਪਹਿਲੀ ਪੌੜੀ ਹੈ। ਜਿਵੇਂ ਆਪਾਂ ਪਹਿਲੀ ਸਟੇਜ ਚੜ੍ਹਦੇ ਨਾ, ਪੌੜੀ ਦਰ ਪੌੜੀ, ਪੌੜੀ ਦਰ ਪੌੜੀ। ਜਿਵੇਂ ਇੱਕ ਕੋਠੇ ਤੇ ਚੜ੍ਹਨਾ ਹੋਵੇ, ਇੱਕ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਤੇ 3 ਪੌੜੀਆਂ ਤੇ ਚੜ੍ਹਦੇ ਆ। ਉਵੇਂ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਐਂ ਸਮਝਣਾ ਹੋਵੇਗਾ, ਕਿਉਂਕਿ ਭਾਈ ਕਨ੍ਹੱਈਆ ਜੀ ਨੇ ਸਮਝ ਲਿਆ ਸੀ ਦੁਸ਼ਮਣਾਂ 'ਚ ਵੀ ਰੱਬ ਹੈ। ਜਦ ਭਾਈ ਕਨ੍ਹੱਈਆ ਜੀ ਨੇ ਦੁਸ਼ਮਣਾਂ ਨੂੰ ਵੀ ਮਰਮ ਪੱਟੀ ਕੀਤੀ ਸੀ, ਉਵੇਂ ਇਹ ਦੁਸ਼ਮਣ ਤਾਂ ਹੈ ਨਹੀਂ, ਇਹ ਆਪਣੀ ਰਕਸ਼ਾ ਕਰਦੇ ਹਨ। ਰੱਬ ਕੀ ਹੈ? ਰੱਬ ਨੂੰ ਲੋਕ ਆਪਣੇ ਸਵਾਰਥ ਕਰਕੇ ਹੀ ਪੂਜਦੇ ਨੇ, ਪਰ ਜਿਨ੍ਹਾਂ ਨੇ ਰੱਬ ਤੋਂ ਕੁਝ ਪ੍ਰਾਪਤ ਕਰਨਾ ਹੋਵੇ, ਬ੍ਰਹਮ ਗਿਆਨੀ, ਉਹ ਰੱਬ ਨੂੰ ਪਾਉਣ ਵਾਸਤੇ ਪੂਜਦੇ ਨੇ। ਪਰ ਜ਼ਿਆਦਾਤਰ ਲੋਕ ਜਿਹੜੇ ਸੰਸਾਰਿਕ ਲੋਕਾਂ ਨੂੰ ਸਵਾਰਥ ਕਰਕੇ ਹੀ ਪੂਜਦੇ ਕਿ ਰੱਬ ਸਾਡੀ ਰਕਸ਼ਾ ਕਰੂਗਾ। ਫਿਰ ਰੱਬ ਨੂੰ ਬਾਰ-ਬਾਰ ਤੰਗ ਕਰੀ ਜਾਂਦੇ ਹਨ। ਇੱਕ ਤਰ੍ਹਾਂ ਨਾਲ ਕਹਾਵਤ ਹੈ ਵੀ ਰੱਬ ਨੂੰ ਬਾਰ-ਬਾਰ ਤੰਗ ਨਾ ਕਰਨ। ਰੱਬ ਨੇ ਫਿਰ ਆਹ ਸ਼ਸਤਰ ਬਣਾ ਦਿੱਤੇ ਕਿ ਇਹ ਤੁਹਾਡੀ ਰਕਸ਼ਾ ਕਰਨਗੇ। ਮੇਰਾ ਇਹ ਸਾਕਾਰ ਰੂਪ ਹੈ, ਰੱਬ ਨਿਰਾਕਾਰ ਰੂਪ ਹੈ, ਇਹ ਸਾਕਾਰ ਰੂਪ ਹੈ। ਹਾਂਜੀ। ਸੋ ਜਿੱਦਾਂ ਹੁਣ ਗੱਲ ਕੀਤੀ ਜਾਵੇ ਗੁਰਬਾਣੀ ਦੀ, ਤੇ ਤੁਸੀਂ ਬੜੀਆਂ ਵਧੀਆ ਗੱਲਾਂ ਕਰ ਰਹੇ ਹੋ। ਤੇ ਗੁਰਬਾਣੀ ਕਿੰਨੀ ਕੰਠ ਹੈ, ਕਿੰਨੇ ਪਾਠ ਕਰ ਲੈਂਦੇ ਹੋ ਤੁਸੀਂ? ਹਾਂਜੀ, ਜੇ ਪੜ੍ਹਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ, ਵੈਸੇ ਤਾਂ ਥੋੜ੍ਹੀ ਹਜੇ ਮੈਂ ਸੰਥਿਆ ਲੈਣੀ ਸਟਾਰਟ ਕਰਨੀ ਆ, ਪਰ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਕਾਫੀ ਹੱਦ ਤੱਕ ਗੁਰਬਾਣੀ ਸ਼ੁੱਧ ਪੜ੍ਹੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਪੜ੍ਹਾਉਣਾ ਹੋਵੇ, ਕਈ ਔਖੇ ਸ਼ਬਦ ਨੇ ਨਾ ਜਿਹੜੇ, ਉਹ ਪੜ੍ਹੇ ਜਾਂਦੇ। ਵੈਸੇ ਤਾਂ ਪੜ੍ਹ ਲਈ ਜਾਂਦੀ ਆ ਗੁਰਬਾਣੀ ਸਾਰੀ। ਹਾਂਜੀ, ਮੈਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਤੱਕ 25 ਬਾਣੀਆਂ ਕੰਠ ਨੇ, ਅਤੇ 200 ਜਾਂ 300 ਦੇ ਕਰੀਬ ਮੈਨੂੰ ਸ਼ਬਦ ਕੰਠ ਨੇ। ਹਾਂਜੀ। ਜ਼ਿਆਦਾਤਰ ਕਿਹੜੇ ਰਾਗ ਨੂੰ ਜ਼ਿਆਦਾ ਤੁਸੀਂ, ਫਾਦਰ ਸਾਹਿਬ ਦੱਸ ਰਹੇ ਸੀ ਕਿ ਕੀਰਤਨ ਦੀ ਵੀ ਤੁਸੀਂ ਸਿੱਖਿਆ ਲੈਣੀ ਚਾਹੁੰਦੇ ਹੋ, ਕੀਰਤਨ ਕਰਨ ਦਾ ਬੜਾ ਸ਼ੌਂਕ ਰੱਖਦੇ ਹੋ ਤੁਸੀਂ, ਹੈ ਨਾ? ਸੋ ਗੱਲ ਕਰਦੇ ਹਾਂ ਕਿ ਕਿਹੜੇ ਰਾਗ ਦੇ ਵਿੱਚ ਜ਼ਿਆਦਾਤਰ ਤੁਸੀਂ ਕੀਰਤਨ ਕਰਨਾ ਪਸੰਦ ਕਰਦੇ ਹੋ? ਮੈਨੂੰ ਜ਼ਿਆਦਾਤਰ ਰਾਗ ਟੋਡੀ ਅਤੇ ਗੁਜਰੀ, ਦਿਨ ਦੇ ਦੂਸਰੇ ਪਹਿਰ ਦਾ ਰਾਗ ਹੈ ਜੀ। ਇਹ 9 ਵਜੇ ਤੋਂ ਲੈ ਕੇ, ਕਿਉਂਕਿ ਦਿਨ ਦਾ ਦੂਸਰਾ ਪਹਿਰ 9 ਵਜੇ ਸ਼ੁਰੂ ਹੁੰਦਾ ਹੈ ਅਤੇ 12 ਵਜੇ ਤੱਕ ਇਹ ਰਾਗ ਚੱਲਦਾ ਹੈ। ਫਿਰ ਮੈਨੂੰ ਇਹ ਰਾਗ ਵਿੱਚੋਂ, ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਪਵਿੱਤਰ ਹੈ, ਸਾਰੀ ਉਹ ਸ਼ਰਧਾਯੋਗ ਹੈ, ਮੰਨਣਯੋਗ ਹੈ, ਸਤਿਕਾਰਯੋਗ ਹੈ। ਮੈਂ ਸਾਰੀ ਦਾ ਸਤਿਕਾਰ ਕਰਦਾ। ਜਿਵੇਂ ਜ਼ਿਆਦਾ ਝੁਕਾ ਜਿਹਦੇ ਮੈਨੂੰ ਹਾਰਮੋਨੀਅਮ 'ਤੇ ਜਾਂ ਜਿਹੜਾ ਤਾਨ ਅੱਛਾ ਲੱਗਦਾ ਨਾ ਰਾਗ ਦਾ, ਮੇਰੇ ਮਨ ਨੂੰ ਖਿੱਚ ਪਾ ਦਿੰਦਾ ਹੈ, ਉਹ ਰਾਗ ਟੋਡੀ ਅਤੇ ਗੁਜਰੀ ਰਾਗ ਹੈ। ਬਸ ਇਹ ਥੋੜ੍ਹਾ ਜਿਹਾ ਹੀ ਫਰਕ ਹੈ ਰਾਗ ਦੇ ਵਿੱਚ। ਇਹਦੇ ਵਿੱਚ ਜਿਹੜਾ ਪਹਿਲਾਂ ਤਾਂ ਛਾਵੜ ਹੈ, ਇਹਦੀ ਜੇ ਜਾਤੀ ਦੀ ਗੱਲ ਕਰੀਏ, ਰਾਗ ਟੋਡੀ ਦੀ ਛਾਵੜ ਹੈ, ਬਾਅਦ 'ਚ ਫਿਰ ਸੰਪੂਰਨ ਹੈ ਆਉਂਦੇ ਵਕਤ, ਅਤੇ ਰਾਗ ਗੁਜਰੀ ਦੀ ਛਾਵੜੀ ਹੈ। ਇਹਦੇ ਵਿੱਚ ਆਉਂਦੇ ਵਕਤ, ਜਾਂਦੇ ਵਕਤ ਰਾਗ ਗੁਜਰੀ ਦਾ ਹੀ ਲੱਗਦਾ ਹੈ ਸਾਰਾ ਸਵਰ, ਅਤੇ ਆਉਂਦੇ ਵਕਤ ਜਾਂ ਸਾ, ਨੀ, ਫਿਰ ਧਾ, ਫਿਰ ਪਾ ਲੱਗ ਜਾਂਦਾ ਹੈ ਵਿੱਚ। ਉਹਦੇ ਕਰਕੇ ਗੁਜਰੀ ਤੋਂ ਥੋੜ੍ਹਾ ਜਿਹਾ ਭਿੰਨ ਹੈ, ਜ਼ਿਆਦਾ ਭਿੰਨ ਨਹੀਂ ਆਪਾਂ ਕਹਿ ਸਕਦੇ। ਹਾਂਜੀ। ਗੱਲ ਕਰਦੇ ਕਿ ਮੈਂ ਦੇਖ ਰਹੀ ਸੀ ਤੁਸੀਂ ਰਿਵਾਲਵਰ ਵੀ ਪਾਇਆ ਹੋਇਆ ਹੈ, ਇਹ ਅਸਲੀ ਹੈ ਕਿ ਤੁਸੀਂ ਪੂਰਨ ਤੌਰ ਤੇ ਰੱਖਦੇ ਹੋ ਉਸ ਨਾਲ? ਹਾਂਜੀ, ਮੈਂ ਆਪਣੇ ਪੂਰਨ ਤੌਰ 'ਤੇ ਰੱਖਦਾ। ਮੈਂ ਇਹਨਾਂ ਦੀ ਸਤਿਕਾਰ ਤੇ ਵਜੋਂ ਪੂਜਾ ਵੀ ਕਰਦਾ। ਸ਼ਸਤਰ ਸਾਡੇ ਪੀਰ ਨੇ, ਸਾਡੇ ਪੀਰਾਂ ਦੀ ਪੂਜਾ ਹੀ ਕਰਦੇ ਹੈ। ਇਹ ਵੱਡੋ ਰਾਮ ਜੰਗੋ, ਮਹਾਰਾਜ ਸਾਹਿਬ ਨੇ ਕਿਹਾ ਰਾਮ ਜੰਗਾ, ਇਹਨੂੰ ਰਾਮ ਜੰਗਾ ਕਹਿ ਦਿੰਦੇ ਸਿੰਘਾਂ ਦੀ ਭਾਸ਼ਾ ਵਿੱਚ। ਗੱਲ ਟੋਕਾਂਗੇ ਇੱਕ ਵਾਰ, ਮੈਂ ਚਾਹੁੰਦੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਮਾੜਾ ਜਿਹਾ। ਮੈਂ ਚਾਹੂੰਗੀ ਕਿ ਹਰਮਨ ਆਪਣੇ ਨਾਲ ਇਹ ਜ਼ਰੂਰ ਰੱਖਦੇ ਨੇ ਇਸੇ ਤਰ੍ਹਾਂ। ਸੋ ਇਹ ਏਅਰ ਗਨ ਹੈ। ਸੋ ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ, ਅਸਕਿਰਪਾਨ ਖੰਡੋ ਖੜਗ, ਤੁਪ ਕਿਤਾਬੇ ਅਰ ਤੀਰ। ਤੁਪ ਦਾ ਅਰਥ ਹੈ ਬੰਦੂਕ, ਤੁਪ ਕਿਤਾਬੇ ਅਰ ਤੀਰ ਸਾਡੇ ਪੀਰ ਨੇ। ਰਵਾਇਤੀ ਸ਼ਸਤਰ ਨੇ ਵੀ, ਕਿਉਂਕਿ ਹੁਣ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ। ਪਹਿਲਾਂ ਆਪਾਂ ਭਾਲੇ, ਕਿਰਪਾਨਾਂ ਜਾਂ ਤੀਰ ਕਮਾਨਾਂ ਨਾਲ ਲੜਾਈ ਕਰ ਸਕਦੇ ਸੀ, ਕਾਫੀ ਉਹ ਕਰ ਸਕਦੇ ਸੀ। ਉਹ ਹੁਣ ਆਪਾਂ ਜੇ ਕਰਾਂਗੇ, ਆਪਣੀ ਆਰਮੀ ਹਾਰ ਜਾਵੇਗੀ। ਹੁਣ ਨਿਊਕਲੀਅਰ ਵਾਰ ਦਾ ਸਮਾਂ ਆ ਚੁੱਕਿਆ ਹੈ, ਕਿਉਂਕਿ ਸਮੇਂ ਦੇ ਨਾਲ ਪਰਿਵਰਤਨ ਹੁੰਦਾ ਹੀ ਰਹਿੰਦਾ ਹੈ। ਸੋ ਇਹ ਸਾਡਾ ਤੁਪ ਕਿਤਾਬੇ ਤੀਰ, ਇਹ ਸਾਡੀ ਆਤਮ ਰਕਸ਼ਾ ਵਾਸਤੇ ਹੈ, ਧੀ ਭੈਣ ਦੀ ਇੱਜ਼ਤ ਵਾਸਤੇ। ਕਈ ਇਹਨੂੰ ਅਸਲਾ ਸ਼ਬਦ ਵਰਤਦੇ ਹੈ। ਜ਼ਿਆਦਾਤਰ ਜਿਹੜੇ ਅੱਜ ਕੱਲ੍ਹ ਦੇ ਨੌਜਵਾਨੀ ਪੀੜ੍ਹੀ ਹੈ, ਇਹਨਾਂ ਦੀ ਗਲਤ ਵਰਤੋਂ ਇਹਨਾਂ ਨੂੰ ਗਲਤ ਪਾਸੇ ਲੈ ਚੁੱਕੀ ਹੈ। ਉਹ ਇਹਨਾਂ ਦਾ ਜਿਹੜਾ ਪੋਜ਼ੀਟਿਵ ਪੁਆਇੰਟ ਸੀ ਨਾ, ਹੈ ਤਾਂ ਸਾਰਾ ਪੋਜ਼ੀਟਿਵ ਸੀ। ਪਹਿਲੇ ਜ਼ਮਾਨੇ 'ਚ ਤੁਸੀਂ ਦੇਖ ਲਓ, ਪਹਿਲਾਂ ਵੀ ਹੁੰਦੇ ਸੀ ਗਾਣੇ ਸਾਰੇ, ਜਦ ਦੀ ਧਰਤੀ ਸ੍ਰਿਸ਼ਟੀ ਸਜੀ ਹੈ ਨਾ, ਸੰਗੀਤ ਜਦ
ਔਂਕ ਅੱਖਰ ਆਇਆ ਨਾ, ਔਂ ਅੱਖਰ, ਜਦ ਔਂ ਅੱਖਰ ਉਹਦੇ ਨਾਲ ਸੱਤ ਸਵਰ ਉਚਰ ਗਏ। ਅਕਾਲ ਪੁਰਖ ਨੇ ਔਂ ਅੱਖਰ ਦੇ ਨਾਲ, ਓਮ ਅੱਖਰ ਦੇ ਨਾਲ, ਵਾਹਿਗੁਰੂ ਜਿਹਨੂੰ ਓਂਕਾਰ ਕਹਿੰਦੇ ਨੇ, ਓਂਕਾਰ ਅੱਖਰ ਦੇ ਨਾਲ ਬਾਅਦ 'ਚ ਇਹਨੂੰ ਮਤਲਬ ਕਿ ਆਪਾਂ ਨਾ ਸ਼ਬਦ ਨੂੰ ਥੋੜ੍ਹਾ ਜਿਹਾ ਵਿਗੜਦਾ ਓਮ ਹੋ ਗਿਆ। ਪਹਿਲਾਂ ਓਂਕਾਰ, ਓਂਕਾਰ ਸ਼ਬਦ ਸੀ, ਅਰਥ ਉੱਪਰ ਉੜੇ ਦੇ ਬਿੰਦੀ ਲੱਗਦੀ ਆ, ਓਂਕਾਰ ਸ਼ਬਦ ਹੋੜਾ, ਉੜੇ ਦਾ ਮੂੰਹ ਖੁੱਲ੍ਹਿਆ ਹੁੰਦਾ ਹੈ। ਫਿਰ ਉਸ ਤੋਂ ਬਾਅਦ ਓਂਕਾਰ ਅੱਖਰ ਵੀ ਨਾਲੇ ਸੱਤ ਸਵਰ ਆਏ ਸੀ। ਪਹਿਲਾਂ ਆਪਾਂ ਜ਼ਮਾਨੇ 'ਚ ਦੇਖ ਲਈਏ, ਕੋਈ ਵੀ ਹਥਿਆਰਾਂ ਦੀ ਵਿਆਜ ਵੀ ਨਹੀਂ ਕਰਦਾ ਸੀ, ਕਿਉਂਕਿ ਉਹਨਾਂ ਨੂੰ ਆਏ ਹੁੰਦਾ ਸੀ ਜੇ ਅਸੀਂ, ਇਹ ਸਾਡੀ ਰੁਜ਼ਗਾਰ ਹੈ। ਛਤਰੀ ਕੋ ਪੂਤ ਹੋ ਬ੍ਰਾਹਮਣ ਕੌਣ ਹੈ, ਜਿਹੜਾ ਖਾਲਸਾ ਉਹ ਛਤਰੀਆਂ ਦਾ ਪੁੱਤਰ ਹੈ, ਇਹ ਸਾਡਾ ਰੁਜ਼ਗਾਰ ਹੈ। ਕੋਈ ਵੀ ਆਪਣੇ ਹਰ ਕੋਈ ਆਪਣੇ ਰੁਜ਼ਗਾਰ ਦਾ, ਤੁਸੀਂ ਜਿਵੇਂ ਆਪਣੇ ਤੁਹਾਡੇ ਵਾਸਤੇ ਤੁਹਾਡਾ ਰੁਜ਼ਗਾਰ ਹੈ, ਸਭ ਤੁਹਾਡੀ ਰੋਟੀ ਹੈ, ਤੁਸੀਂ ਇਹਨੂੰ ਪ੍ਰਣਾਮ ਕਰੋਗੇ ਨਾ। ਪਹਿਲੇ ਜ਼ਮਾਨੇ 'ਚ ਇਹਨਾਂ ਨੂੰ ਪ੍ਰਣਾਮ ਕੀਤਾ ਜਾਂਦਾ ਸੀ, ਕਿਉਂਕਿ ਇਹਦੇ ਕਰਕੇ ਹੀ ਧਰਮ ਚੱਲਦੇ ਸੀ, ਇਹਨਾਂ ਕਰਕੇ ਹੀ, ਕਿਉਂਕਿ ਤਾਬੀ ਮੈਂ ਭਨਿਓ ਗਰੀਬ ਨਹੀਂ ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, शास्त्रण के अधीन है राज, राज बिना नहीं धर्म तले हैं, धर्म बिना सब दले मले हैं। क्योंकि शस्त्रों तो बिना धर्म नहीं चलता, धर्म तो बिना सारे बेकार ने, जमी बेकार ने। महाराज साहब ने कहा है जब हमारे दर्शन को आओ बन चेत तन शस्त्र सजाओ, जब साढ़े दर्शन में आओ ना, दर्शन करना आओ। महाराज साहब ने हुक्म किया हुआ सी कि साढ़े जब दर्शनों में आओ तो शस्त्र पहन के आओ, ਜਿਹੜਾ ਬਿਨਾ ਸ਼ਸਤਰ ਕੇਸਾਂ ਨਾ ਦੇਵੂੰ ਦੀ ਦਾਰੇ, ਸ਼ਸਤਰਾਂ ਤੇ ਕੇਸਾਂ ਤੋਂ ਬਿਨਾ। ਕਿਉਂਕਿ ਜਿਹੜਾ ਸ਼ੇਰ ਹੈ, ਸ਼ੇਰ ਦੇ ਕੇਸ ਹੁੰਦੇ ਨੇ, ਜੱਤ ਆਪਾਂ ਕਹਿ ਦਈਏ, ਸ਼ੇਰ ਬੱਬਰ ਸ਼ੇਰ ਦੀ ਜੱਤ ਹੁੰਦੀ ਹੈ। ਹੁਣ ਜਿਹੜੇ ਉਹਦੇ ਨਾਖੂਨ ਹੁੰਦੇ ਨੇ, ਇੱਕ ਤਰ੍ਹਾਂ ਨਾਲ ਉਹ ਸ਼ਸਤਰ ਦੀ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਖਾਲਸਾ ਕਿਤੇ ਸ਼ੇਰ ਦਾ ਰੂਪ ਹੈ। ਜਦ ਵੀ ਕੋਈ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਲਾਉਂਦਾ ਹੈ, ਕਿਉਂਕਿ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ। ਖਾਲਸਾ ਰਾਜਾ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਾਂਭਲਾਂਗੇ। ਆਕੀ ਸ਼ਬਦ ਆਏ ਨਹੀਂ ਵੀ ਕੋਈ ਹੋਰ ਧਰਮ ਦਾ ਰਹਿਣ ਹੀ ਨਹੀਂ ਦੇਣਾ, ਵੀ ਸਾਰਿਆਂ ਨੂੰ, ਹਿੰਦੂਆਂ ਨੂੰ ਮਾਰ ਦੇਣਾ, ਮੁਸਲਮਾਨਾਂ ਨੂੰ ਕੱਢਣਾ, ਮਾਰ ਦੋ, ਕੁੱਟ ਦੋ। ਖਾਲਸੇ ਨੇ ਇਹ ਨਹੀਂ ਕਿਹਾ ਸਰਬ ਧਰਮੇ ਸ੍ਰਿਸ਼ਟ ਧਰਮ, ਸਾਰੇ ਧਰਮਾਂ 'ਚ ਉਹੀ ਧਰਮ ਸ੍ਰਿਸ਼ਟ ਹੈ ਜਿਹੜਾ ਹਰੀ ਦਾ ਨਾਮ ਜਪਾਉਂਦਾ ਹੈ। ਠੀਕ ਹੈ, ਸਾਰੇ ਧਰਮਾਂ ਦਾ ਸਤਿਕਾਰ ਖਾਲਸੇ ਨੇ ਬਰਾਬਰ ਕਰਨਾ ਹੈ। ਜੇ ਕਈ ਸਿੱਖ ਕਹਿਣਗੇ ਵੀ ਬਾਬਾ ਜਰਨੈਲ ਸਿੰਘ ਦਾ ਭਾਸ਼ਣ ਸੁਣ ਕੇ, ਪ੍ਰਵਚਨ ਸੁਣ ਕੇ, ਉਹਨਾਂ ਦਾ ਲੈਕਚਰ ਸੁਣ ਕੇ ਕਈ ਸਿੱਖਾਂ ਦੇ ਮਨ 'ਚ ਰੋਹ ਆ ਜਾਂਦਾ ਹੈ, ਬਾਈ ਮੈਂ ਤਾਂ ਵੀ ਹਿੰਦੂਆਂ ਨੂੰ ਮਾਰਨਾ ਹੈ, ਕੁੱਟਣਾ ਹੈ, ਉਹਨਾਂ ਨੂੰ ਬਾਹਰ ਕੱਢਣਾ ਹੈ। ਜਦ ਮੈਂ ਖਾਲਿਸਤਾਨ ਬਣਾਉਣਾ ਹੈ ਤਾਂ ਮੈਂ ਹਿੰਦੂਆਂ ਨੂੰ ਰਹਿਣ ਨਹੀਂ ਦੇਣਾ। ਪਰ ਬਾਬਾ ਜਰਨੈਲ ਸਿੰਘ ਜੀ ਨੇ ਆਏ ਕਰ ਕਿਹਾ ਮੈਂ ਹਿੰਦੂਆਂ ਦਾ ਦੁਸ਼ਮਣ ਹੈ। ਬਾਬਾ ਜਰਨੈਲ ਸਿੰਘ ਜੀ ਨੇ ਤਾਂ ਲਾਲ ਚੰਦ ਸੀ ਨਾ, ਜਿਹੜਾ ਉਰੇ ਕੋਈ ਪਿੰਡ ਸੀਗਾ ਜਲੰਧਰ ਕੋਲ, ਜਲਾਲਾਬਾਦ ਸੀ ਉਸਦਾ ਪਿੰਡ, ਉਹਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਆ ਕੇ ਸੰਤਾਂ ਦਾ ਆਪ ਲੈਕਚਰ ਸੁਣਿਆ ਤੁਸੀਂ। ਉਹ ਕਹਿੰਦੇ ਵੀ ਜਲਾਲਾਬਾਦ ਦਾ ਸੀ, ਉਹ ਆ ਕੇ ਕਹਿੰਦਾ ਸੰਤ ਜੀ ਨੂੰ ਵੀ ਤੁਸੀਂ ਪੁਰਾਣੇ ਸਮਿਆਂ ਵਿੱਚ ਪੁਰਾਣੇ ਸਮੇਂ ਸਿੰਘ ਨਾ ਜਿਹੜੇ ਧੀ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀ, ਛੁਡਵਾ ਕੇ ਲੈ ਕੇ ਆਉਂਦੇ ਸੀ ਜਾਬਰਾਂ ਤੋਂ, ਮੇਰੀ ਧੀ ਨੂੰ ਹਿੰਦੂ ਚੁੱਕ ਕੇ ਲੈ ਗਿਆ। ਫਿਰ ਬਾਬਾ ਜਰਨੈਲ ਸਿੰਘ ਨੇ ਸਾਈਆਂ ਵਾਲਾ ਸੀ ਸਿੰਘ, ਸਾਈਆਂ ਵਾਲਾ ਪਿੰਡ ਸੀ ਉਹਦਾ, ਮਹਿੰਦਰ ਸਿੰਘ ਸਾਈਆਂ ਵਾਲਾ, ਉਸਦੀ ਡਿਊਟੀ ਲੈ ਸੀ ਸ਼ਾਮ ਨੂੰ 5 ਵਜੇ ਤੱਕ ਵੀ ਲੈ ਕੇ ਆਉਣੀ ਹੈ ਛੁਡਾ ਕੇ। ਜੇ ਬਾਬਾ ਜੀ ਹਿੰਦੂਆਂ ਦੇ ਦੁਸ਼ਮਣ ਹੁੰਦੇ ਤਾਂ ਕਾਹਤੇ ਛੁਡਵਾ ਕੇ ਦਿੰਦੇ, ਕਹਿ ਦਿੰਦੇ ਵੀ ਜਾਂ ਹਿੰਦੂਆਂ ਨੂੰ ਜਾ ਕੇ ਕਹਿ ਦੇ, ਬਾਬਾ ਜੀ ਕਹਿ ਦਿੰਦੇ ਨਾ ਇਹ ਗੱਲ। ਫਿਰ ਬਾਬਾ ਦੀਪ ਸਿੰਘ ਜੀ, ਜਦ ਅਬਦਾਲੀ ਨਾਲ ਲੜਾਈ ਹੋਈ ਹੈ, ਬਾਬਾ ਦੀਪ ਸਿੰਘ ਦੇ ਜੰਗ ਹੋਇਆ, ਅਬਦਾਲੀ, ਸੁਣੋ ਗੱਲ ਧਿਆਨ ਦੇ ਨਾਲ, ਅਬਦਾਲੀ ਨੂੰ ਪਹਿਲਾਂ ਸਿੱਖ ਕੌਮ ਬਾਰੇ ਨਹੀਂ ਪਤਾ ਸੀ। ਜਦ ਇੱਕ ਸਿੰਘ ਨੇ ਆ ਕੇ ਨਾ ਦੱਸਿਆ ਬਾਈ ਉੱਥੇ ਹਰਿਮੰਦਰ ਸਾਹਿਬ ਤੋਂ ਆ ਰਿਹਾ ਸੀ ਸਿੰਘ, ਦਮਦਮੀ ਸਾਬੋ ਕੀ ਤਲਵੰਡੀ, ਸਾਬੋ ਇੱਕ ਚੌਧਰੀ ਸੀ, ਤਲਵੰਡੀ ਪਹਿਲੇ ਨਾਮ ਸੀ ਪਿੰਡ ਦਾ, ਉਸ ਕਰਕੇ ਸਾਬੋ ਦੀ ਤਲਵੰਡੀ ਕਹਿ ਦਿੰਦੇ ਹੈ। ਫਿਰ ਉੱਥੇ ਆ ਕੇ ਗੱਲ ਦੱਸੀ ਬਾਈ ਹਾਂ ਵੀ ਧੀ ਭੈਣਾਂ ਨੂੰ, ਹਿੰਦੂ ਧੀ ਭੈਣਾਂ ਨੂੰ, ਔਰ ਜਿਹੜਾ ਇਹਨੂੰ ਆਪਾਂ ਕਹਿ ਦਿੰਦੇ ਆ ਮੁਖਰਾਨ, ਮੈਨੂੰ ਸ਼ਬਦ ਬੋਲਣਾ ਨਹੀਂ ਆ ਰਿਹਾ, ਥੋੜ੍ਹੀ ਜਿਹੀ ਜੀਭ ਤੋਤਲੀ ਕਰਕੇ, ਇਹ ਬਈ ਉੱਥੇ ਦਾ ਅਫਗਾਨਿਸਤਾਨ ਦਾ ਸੀ ਜਿਹੜਾ ਹੁਕਮਰਾਨ, ਹਾਂਜੀ ਹੁਕਮਰਾਨ ਸੀ ਜਿਹੜਾ ਅਫਗਾਨਿਸਤਾਨ ਦਾ, ਅਹਿਮਦ ਸ਼ਾਹ ਅਬਦਾਲੀ, ਉਹ ਹਿੰਦੁਸਤਾਨ ਦੀ ਬਹੂ ਬੇਟੇ ਨੇ ਲੁੱਟ ਕੇ ਲੈ ਕੇ ਜਾ ਰਿਹਾ ਹੈ। ਫਿਰ ਬਾਬਾ ਦੀਪ ਸਿੰਘ ਜੀ ਨੇ 30,000, ਬਾਬਾ ਦੀਪ ਸਿੰਘ ਕਹਿੰਦੇ ਇਹ ਤਾਂ ਹਿੰਦੂਆਂ ਦੀ, ਆਪਾਂ ਨੂੰ ਕੀ, ਹਿੰਦੂ ਛੁਡਾ ਲੈਣਾ, ਆਪਣਾ ਕੀ ਹੈ, ਆਪਣੀਆਂ ਧੀ ਭੈਣਾਂ ਤੋਂ ਲੈ ਕੇ ਜਾ ਰਿਹਾ। ਬਾਬਾ ਦੀਪ ਸਿੰਘ ਨੇ ਕਿਹਾ ਵੀ ਗਊ ਸਾਰੀਆਂ ਧੀ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੀ। ਫਿਰ ਇਸ ਧੀ ਭੈਣ ਦੀ ਰਾਖੀ ਵਾਸਤੇ ਆਪਾਂ ਨੇ ਸ਼ਸਤਰ ਪਹਿਨੇ ਹੈ। ਅਤੇ ਕਈ ਕਹਿ ਦਿੰਦੇ ਵੀ ਬਾਬਾ ਜਰਨੈਲ ਸਿੰਘ ਹਿੰਦੂਆਂ ਦੁਸ਼ਮਣ ਸਨ, ਹਿੰਦੂਆਂ ਦੁਸ਼ਮਣ ਸਨ, ਨਹੀਂ ਸਨ। ਜਦ ਉੱਥੇ ਗੀਤਾ ਨੂੰ ਅੱਗ ਲੱਗੀ ਸੀ ਨਾ,
ਫਿਰੋਜ਼ਪੁਰ, ਉੱਥੇ 5000 ਰੁਪਏ ਬਾਬਾ ਜੀ ਨੇ ਦਿੱਤਾ ਸੀਗਾ ਕੇਸ ਲੜਨ ਵਾਸਤੇ। ਸੋ ਆਪਾਂ ਜੇ ਇਹ ਸ਼ਬਦ ਆਖਾਂਗੇ ਕਿ ਬਾਬਾ ਜਰਨੈਲ ਸਿੰਘ ਜੀ ਨੇ ਧੀ ਭੈਣਾਂ ਦੀ ਇੱਜ਼ਤ ਨਹੀਂ ਕੀਤੀ, ਬਈ ਹਿੰਦੂ ਮੁਸਲਮਾਨਾਂ ਨੇ ਭੇਦ ਕੀਤਾ ਹੈ, ਉਹ ਆਪਾਂ ਗਲਤ, ਉਹ ਸਿੱਖ, ਮੈਂ ਕਹਿ ਦੇਵਾਂ ਕਿ ਉਹ ਸਿੱਖ ਕਦੇ ਸਿੱਖ ਹੋ ਹੀ ਨਹੀਂ ਸਕਦਾ। ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਬਹੁਤ ਜਾਣਦੇ ਹੋ, ਕਿੰਨਾ ਕੁ ਪੜ੍ਹਿਆ ਉਹਨਾਂ ਬਾਰੇ, ਕਿੱਥੋਂ ਸਿੱਖਿਆ ਲਈ ਹੈ ਕਿ ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਣ ਸਨ? ਸਭ ਤੋਂ ਪਹਿਲਾਂ ਤਾਂ ਜੀ ਮੇਰੀ ਮਾਤਾ ਜੀ ਮੈਨੂੰ ਸਾਖੀਆਂ ਸੁਣਾਇਆ ਕਰਦੇ ਸਨ ਛੋਟੇ ਸਾਹਿਬਜ਼ਾਦਿਆਂ ਦੀਆਂ। ਫਿਰ ਜਿਹੜੇ ਮੇਰੇ ਪਿਤਾ ਜੀ ਸੀ ਦਮਦਮੀ ਟਕਸਾਲ ਨਾਲ ਸ਼ੁਰੂ ਤੋਂ ਹੀ ਜੁੜੇ ਸਨ। ਫਿਰ ਬਾਬਾ ਹਰਨਾਮ ਸਿੰਘ ਜੀ ਬਾਅਦ 'ਚ ਦਮਦਮੀ ਟਕਸਾਲ ਦੇ ਮੁਖੀ ਬਣ ਗਏ, ਸਤਿਕਾਰਯੋਗ। ਉਸ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਨਾ ਮੈਨੂੰ ਸੰਤ ਜਰਨੈਲ ਸਿੰਘ ਜੀ ਦੀਆਂ ਫੋਟੋਆਂ, ਲੈਕਚਰ, ਫਿਰ ਕਿਉਂਕਿ ਜੇ ਵੀ ਕੋਈ ਦੁਸ਼ਮਣ ਵੀ ਉਹਨਾਂ ਦੇ ਲੈਕਚਰ ਸੁਣ ਲਵੇ ਉਹਦੇ ਮਨ ਵਿੱਚ ਵੀ ਐਂ ਹੋ ਜਾਊਗਾ ਵੀ ਇਹ ਗੱਲ ਬਿਲਕੁਲ ਸੱਚ ਕਹਿ ਰਹੇ ਹੈ। ਫਿਰ ਅਸੀਂ ਤਾਂ ਆਪ ਉਹਨਾਂ ਦੀ ਕੌਮ ਵਿੱਚ ਅਸੀਂ ਉਹਨਾਂ ਦੇ ਪੁੱਤਰਾਂ ਦੇ ਸਥਾਨ 'ਤੇ ਹੈ। ਉਹਨਾਂ ਨੇ ਸਾਡੇ ਕਰਕੇ ਸ਼ਹੀਦੀ ਦਿੱਤੀ ਹੈ, ਨਹੀਂ ਉਹਨਾਂ ਨੂੰ ਕੀ ਲੈਣਾ ਦੇਣਾ ਸੀ। ਉਹਨਾਂ ਨੂੰ ਤਾਂ ਸਰਕਾਰ ਕਹਿ ਰਹੀ ਸੀ ਬਾਈ ਤੁਸੀਂ, ਮੈਂ ਤੁਹਾਨੂੰ ਅਮਰੀਕਾ ਦੇ ਪੈਸੇ ਦੇ ਦੂੰਗੀ, ਪੰਜਾਬ ਦਾ ਮੁੱਖ ਮੰਤਰੀ ਬਣਾ ਦੂੰਗੀ, ਲੱਖਾਂ ਕਰੋੜਾਂ ਡਾਲਰਾਂ 'ਚ ਤੋਲ ਦੂੰਗੀ, ਰਾਜ ਵਿਭਾਗ ਦੇ ਦੂੰਗੀ। ਬਾਬਾ ਜੀ ਨੇ ਦਿੱਤੀ ਦੀ ਨੋਕ ਨਾਲ ਠੋਕ ਦਿੱਤਾ ਸਭ ਕੁਝ, ਭਈ ਜਾਓ ਪਰਾਂ ਜਾਵੇ, ਸਾਨੂੰ ਨਹੀਂ ਲੋੜ। ਸਾਨੂੰ ਆਪਣਾ ਕੌਮ ਦਾ ਭਵਿੱਖ ਜ਼ਿਆਦਾ ਜ਼ਰੂਰੀ ਹੈ। ਉਹਨਾਂ ਨੇ ਆਪਣੀ ਕੌਮ ਦੇ ਆਪਣੇ ਕਰਕੇ ਹੁਣ ਆਪਾਂ ਐਵੇਂ ਮੋਨੇ ਝੋਨੇ ਬਾਲ ਬਣਾ ਕੇ ਫਿਰਦੇ ਹੈ ਕਿ ਬਾਬਾ ਜਰਨੈਲ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਕਿਹਦੇ ਕਰਕੇ? ਆਪਣੇ ਕਰਕੇ, ਵੀ ਮੇਰਾ ਖਾਲਸਾ ਹਮੇਸ਼ਾ ਜਿੰਦਾ ਰਵੇ। ਠੀਕ ਹੈ, ਖਾਲਸੇ ਨੂੰ ਕभी ਕੋਈ ਔਕੜ ਨਾ ਆਵੇ। ਫਿਰ ਉਸ ਕਰਕੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ, ਹੋਰ ਇਕੱਲੇ ਬਾਬਾ ਜਰਨੈਲ ਸਿੰਘ ਜੀ ਨਹੀਂ ਸੀ, ਹੋਰ 1100 ਸਿੰਘਾਂ ਨੇ ਆਪਣੀਆਂ ਜਾਨਾਂ ਜੋਖਿਮ 'ਤੇ ਪਾ ਕੇ ਉਦੋਂ ਬਾਅਦ ਬਹੁਤ ਟਾਈਮ ਖਾੜਕੂ ਬਾਅਦ ਵੀ ਚੱਲਦਾ ਰਿਹਾ। ਕਿਹਦੇ ਕਰਕੇ? ਆਪਣੇ ਕਰਕੇ। ਮਾਮਾ ਨੇ ਆਪਣੇ ਪੁੱਤ ਗਵਾਏ ਆਪਣੇ ਕਰਕੇ। ਹੁਣ ਆਪਾਂ ਇਹਨਾਂ ਗੈਕਾਂ ਦੇ ਪਿੱਛੇ ਲੱਗ ਕੇ ਆਪਣੇ ਬਾਲ ਮੁਣਾ ਕੇ ਫਿਰਦੇ ਹਾਂ, ਕੀ ਆਪਾਂ ਨੂੰ ਇਹ ਗੱਲ ਸ਼ੋਭਾ ਦਿੰਦੀ ਹੈ? ਸਵਾਲ ਮੈਂ ਤੁਹਾਨੂੰ ਕਰਨਾ ਹੀ ਸੀ ਕਿ ਜਿੱਦਾਂ ਹੁਣ ਤੁਸੀਂ ਗੁਰਬਾਣੀ ਨਾਲ ਤਾਂ ਬੜੇ ਜੁੜੇ ਹੋਏ ਹੋ, ਕਦੇ ਦਿਲ ਕਰਦਾ ਕਿ ਹਾਂ ਮੈਂ ਟੀਵੀ ਵੀ ਦੇਖਾਂ, ਕਦੇ ਤੁਹਾਡੇ ਦੋਸਤ ਮਿੱਤਰ ਹੋਣਗੇ ਉਹ ਵੀ ਗੁਰਸਿੱਖ ਨੇ, ਜਾਂ ਫਿਰ ਤੁਹਾਡੇ ਜਿਹੜੇ ਦੋਸਤ ਨੇ ਉਹ ਕਿਵੇਂ ਦੀ ਅਕਸ ਵਾਲੇ ਨੇ, ਕਿੱਦਾਂ ਦੇ ਚਿਹਰੇ ਮੋਹਰੇ ਵਾਲੇ ਨੇ, ਤੇ ਨਾਲ ਗਾਣੇ ਗੁਣੇ ਸੁਣ ਲੈਣੇ ਤੁਸੀਂ? ਗਾਣੇ ਸੁਣਨੇ ਤਾਂ ਜੀ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਜੇ ਮੈਂ ਆਪਣੇ ਸਾਡੇ ਘਰ 'ਚ ਰੂਲ ਹੈ, ਮੈਂ ਖੁਦ ਵੀ ਨਹੀਂ ਮਨ ਕਰਦਾ, ਇਹ ਬਹੁਤ ਬੇਕਾਰ ਚੀਜ਼ ਲੱਗਦੀ ਆ ਮੈਨੂੰ। ਜਦ ਵੀ ਕੋਈ ਵਿਆਹ ਸ਼ਾਦੀ 'ਚ ਗਾਣਾ ਲੱਗੇ, ਪਹਿਲੀ ਗੱਲ ਤਾਂ ਅਸੀਂ ਵਿਆਹ ਸ਼ਾਦੀ 'ਚ ਜਾਣਾ ਬੰਦ ਕੀਤਾ ਵਾ। ਜੇ ਕੋਈ ਜ਼ਿਆਦਾ ਹੀ ਇੰਪੋਰਟੈਂਟ ਜ਼ੋਰ ਪਾ ਕੇ ਕਵੇ ਤਾਂ ਜਾਈਦਾ, ਉੱਥੇ ਜਾ ਕੇ ਗਾਣੇ ਸੁਣਦੇ ਆ, ਉੱਥੇ ਜਾ ਕੇ ਕੰਨ ਬੰਦ ਕਰ ਲਈਦੇ ਆ ਬਹੁਤ, ਕਿਉਂਕਿ ਗੰਦ ਜ਼ਿਆਦਾ ਗੰਦ ਚਲਾਇਆ ਜਾਂਦਾ, ਉੱਥੇ ਨੱਚਦੇ ਆ, ਉਹ ਸਾਰਾ ਗਲਤ ਕੰਮ ਹੈ। ਸੰਗੀਤ ਪਹਿਲਾਂ ਸੀ ਪਵਿੱਤਰ ਸੀ। ਸੰਗੀਤ ਕੀ ਹੈ? ਰੱਬ ਨੂੰ ਮਿਲਣ ਦਾ ਜ਼ਰੀਆ। ਜੇ ਗੁਰੂ ਨਾਨਕ ਸਾਹਿਬ ਤੋਂ ਕੋਈ ਵੱਡਾ ਹੋਇਆ, ਗੁਰੂ ਨਾਨਕ ਸਾਹਿਬ ਜੀ ਨੇ ਸੰਗੀਤ ਨਾਲ ਹੀ ਸਿੱਖ ਨੂੰ ਮਾਰੇ ਨੇ, ਕਿ ਸੰਗੀਤ ਨਾਲ ਸਭ ਤੋਂ ਸੌਖਾ ਤਰੀਕਾ ਹੈ ਸੰਗੀਤ ਨਾਲ ਰੱਬ ਨੂੰ ਪਾਉਣਾ। ਚਲੋ ਜੇ ਕਈਆਂ ਦੀ ਆਵਾਜ਼ ਠੀਕ ਨਹੀਂ ਹੁੰਦੀ, ਕਈਆਂ ਦੀ ਆਵਾਜ਼ ਸੁਰੀਲੀ ਵੀ ਨਹੀਂ ਹੁੰਦੀ, ਪਰ ਰੱਬ ਨੂੰ ਸੁਰੀਲੀ ਆਵਾਜ਼ ਤੋਂ ਨਹੀਂ, ਸੰਗੀਤ ਭਾਵਨਾ ਨਾਲ ਨਿਕਲਦਾ ਏ, ਅੰਦਰੋਂ ਨਿਕਲ ਜਾਂਦਾ। ਫਿਰ ਆਪਣੇ ਆਪ ਨਾ ਸੁਰੀਲੀ ਆਵਾਜ਼ ਛਕਾਉਣੀ ਸ਼ੁਰੂ ਹੁੰਦੀ ਯਾਰ, ਰੱਬ ਨਾਲ ਆਪਣਾ ਲੀਹ ਜੁੜ ਜਾਂਦੀ ਹੈ, ਰਸ ਭਰ ਜਾਂਦਾ ਜਵਾਨ ਦੇ ਵਿੱਚ। ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਕਿਹਾ ਹੈ ਕਿ ਆਪਾਂ ਨੂੰ ਸੰਗੀਤ ਸੁਣਨਾ। ਇਹ ਜਿਹੜੇ ਗਾਇਕ ਨੇ ਨਾ, ਮੇਰੇ ਮਤਲਬ ਕਿ ਥੋੜ੍ਹੇ ਬਹੁਤੇ ਜਿਹੜੇ ਦੋਸਤ ਨੇ, ਜ਼ਿਆਦਾਤਰ ਤਾਂ ਸਿੱਖੀ ਨੇ, ਟਕਸਾਲ ਨਾਲ ਜੁੜੇ ਹੋਏ ਨੇ, ਪਰ ਕਈ ਵਾਰ ਉਹ ਵੀ ਗਾਣੇ ਸੁਣ ਲੈਂਦੇ ਨੇ, ਜਾਂ ਫਿਰ ਹੋਰ, ਕਿਉਂਕਿ ਮੈਨੂੰ ਇਹ ਗੱਲ ਨਹੀਂ ਪਸੰਦ ਆਉਂਦੀ। ਮੈਂ ਜ਼ਿਆਦਾਤਰ ਦੋਸਤ ਉਹੀ ਬਣਾ ਕੇ ਰੱਖੇ ਨੇ ਜਿਹੜੇ ਗੁਰਮਤ ਨਾਲ ਜੁੜੇ ਹੋਣ। ਵੈਸੇ ਸਾਰੇ ਦੋਸਤ ਨੇ, ਪਰ ਜ਼ਿਆਦਾਤਰ ਦੋਸਤ ਮੇਰੇ ਦਮਦਮੀ ਟਕਸਾਲ ਨਾਲ ਜੁੜੇ ਹੋਏ ਹਨ। ਅਤੇ ਕਈ ਵਾਰ ਸੰਗਤ ਨਾਲ ਪ੍ਰਭਾਵ ਪੈ ਕੇ ਨਾ, ਕਈ ਹੋਰ ਮੁੰਡੇ ਗਲਤ ਸੰਗਤ ਦਾ ਪ੍ਰਭਾਵ ਪੈ ਜਾਂਦਾ ਹੈ, ਉਹ ਗਲਤ ਗਾਣੇ ਸੁਣਨ ਲੱਗ ਜਾਂਦੇ ਹਨ। ਸੋ ਮੈਂ ਆਪਣੇ ਦੋਸਤਾਂ ਬਾਰੇ ਜ਼ਿਆਦਾ ਤਾਂ ਕੁਛ ਨਹੀਂ ਕਹਿ ਸਕਦਾ, ਫਿਰ ਗੁੱਸਾ ਮੰਨਣਗੇ ਜੀ। ਤਾਂ ਨਾਲ ਕਹਿੰਦੇ ਨਿਆਣੀ ਮੱਤ ਵੀ ਆ ਜਾਂਦੀ ਹੈ, ਤੁਸੀਂ ਸਿਆਣੀ ਮੱਤ ਗੱਲ ਕਰ ਰਹੇ ਸੀ, ਨਿਆਣੀ ਮੱਤ ਵੀ ਆ ਗਈ ਹੈ ਨਾ। ਗੁੱਸਾ ਕਰਨਗੇ, ਦੋਸਤਾਂ ਦੀ ਇੱਜ਼ਤ ਵੀ ਰੱਖਣੀ ਬੜੀ ਜ਼ਰੂਰੀ ਹੈ। ਸੋ ਕਹਿੰਦੇ ਕਿ ਦੋਸਤ ਵੈਸੇ ਜਿੰਨੇ ਵੀ ਗੁਰਮਤ ਦੇ ਨਾਲ ਜੁੜੇ ਹੋਏ ਨੇ ਉਹੀ ਦੋਸਤ ਬਣਾਏ ਨੇ, ਬਾਕੀ ਕਿਤੇ ਬੱਚੇ ਜਿਹੜੇ ਨੇ ਉਹ ਗਾਣੇ ਸੁਣ ਵੀ ਲੈਂਦੇ ਨੇ। ਸੋ ਜਿੱਦਾਂ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਹਾ ਗੁਰਬਾਣੀਆਂ ਤੁਹਾਨੂੰ 25 ਕੰਠ ਨੇ, ਤੇ ਨਾਲ ਤੁਸੀਂ ਕਿਤਾਬਾਂ ਬਹੁਤ ਪੜ੍ਹਦੇ ਹੋ, ਅਸੀਂ ਲਾਇਬ੍ਰੇਰੀ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਵਾਰ, ਹੈ ਨਾ। ਤੇ
ਉਸ ਲਾਇਬ੍ਰੇਰੀ 'ਚ ਦੇਖ ਕੇ ਆਏ ਕਿ ਭਾਈ ਗੁਰਦਾਸ ਦੀਆਂ ਵਾਰਾਂ ਪਈਆਂ, ਹੋਰ ਬੜੀਆਂ ਕਿਤਾਬਾਂ ਪਈਆਂ। ਜ਼ਿਆਦਾਤਰ ਕਿਹੜੀਆਂ ਕਿਤਾਬਾਂ ਪੜ੍ਹਦੇ ਹੋ ਜਿਨ੍ਹਾਂ ਤੁਹਾਨੂੰ ਲੱਗਦਾ ਹੈ ਕਿ ਇੱਥੋਂ ਪੜ੍ਹ ਕੇ ਮੈਨੂੰ ਸਕੂਨ ਤੇ ਸਿੱਖਿਆ ਬੜੀ ਮਿਲਦੀ ਆ? ਮੈਂ ਕਿੰਨੀਆਂ ਕਿਤਾਬਾਂ ਲਾਇਬ੍ਰੇਰੀ 'ਚ ਦੇਖ ਕੇ ਆਈ ਸੀ? ਸਭ ਤੋਂ ਪਹਿਲਾਂ ਤਾਂ ਜੀ ਨਾ, ਸਭ ਤੋਂ ਪਹਿਲਾ ਜਿਹੜਾ ਆਪਣਾ ਗ੍ਰੰਥ ਹੈ ਸਭ ਤੋਂ ਸਰਵੋਤਮ, ਉਹ ਗੁਰੂ ਗ੍ਰੰਥ ਸਾਹਿਬ ਹੈ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸਹਿਜ ਪਾਠ ਕੀਤਾ ਵਾ ਹੈ, ਫਿਰ ਜਦ ਉਹ ਸੰਪੂਰਨ ਹੋਊਗਾ ਫਿਰ ਦਸਮ ਗ੍ਰੰਥ, ਫਿਰ ਸਰਬਲੋਕ ਗ੍ਰੰਥ। ਉਹ ਹੌਲੀ ਹੌਲੀ ਕਰਕੇ ਮੈਂ ਸਾਰੇ ਗ੍ਰੰਥ ਐਂ ਪੜ੍ਹੂੰਗਾ, ਕਿਉਂਕਿ ਜਿਹੜਾ ਵੇਦਾਂਤੀ, ਜੇ ਕਿਸੇ ਨੇ ਵੇਦਾਂਤੀ ਬਣਨਾ ਹੋਵੇ ਨਾ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਧਰਮ ਦੇ ਗ੍ਰੰਥ ਵੀ, ਸਭ ਤੋਂ ਪਹਿਲਾਂ ਤਾਂ ਆਪਣੇ ਧਰਮ ਦੇ ਗ੍ਰੰਥ ਜ਼ਰੂਰੀ ਹੈ। ਫਿਰ ਉਹਨੇ ਹਿੰਦੂ, ਮੁਸਲਿਮ, ਜੈਨੀ, ਬੋਧੀ, ਜਿਹੜੇ ਵੀ ਈਸਾਈ ਹੈ ਵਗੈਰਾ, ਸਾਰੇ ਇਹਨਾਂ ਦੇ ਗ੍ਰੰਥ ਵੀ ਪੜ੍ਹਨੇ ਜ਼ਰੂਰੀ ਹੈ। ਕਿਉਂਕਿ ਮਹਾਰਾਜ ਸਾਹਿਬ ਨੇ ਕਾਸ਼ੀ ਭੇਜੇ ਸੀ ਗ੍ਰੰਥ ਪੜ੍ਹਾਉਣ ਵਾਸਤੇ। ਹੁਣ ਵੀ ਦਮਦਮੀ ਟਕਸਾਲ 'ਚ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਕੌਮ ਦੀ ਬਹੁਤ ਸੇਵਾ ਕਰਦੇ ਹਨ। ਆਈ ਲੋਕ ਨਿੰਦਿਆ ਕਰੀ ਜਾਂਦੇ ਨੇ ਉਹਨਾਂ ਦੀ, ਉਹ ਵੀ ਹੁਣ ਵੀ ਕਾਸ਼ੀ ਭੇਜਦੇ ਹਨ। ਜਿਹੜੇ ਲੋਕ ਹਨ ਨਾ, ਇਹ ਦਿਖਾਵਾ ਕਰਦੇ ਹਨ। ਦਮਦਮੀ ਟਕਸਾਲ 'ਚ ਦਿਖਾਵਾ ਕਰਨ ਦਾ ਰਿਵਾਜ ਨਹੀਂ ਹੈਗਾ। ਦਮਦਮੀ ਟਕਸਾਲ ਦੇ ਸਿੰਘ ਨੇ, ਉਹ ਗੁਪਤੀ ਕੰਮ ਕਰਦੇ ਨੇ ਅਤੇ ਗੁਪਤੀ ਸਾਰਾ ਕੁਝ ਕਰਦੇ ਨੇ, ਅਤੇ ਫਿਰ ਬਾਅਦ ਜਦ ਧਮਾਕਾ ਪੈਂਦਾ ਨਾ, ਜਦ ਹੀ ਸਭ ਨੂੰ ਪਤਾ ਲੱਗਦਾ ਹੈ। ਫਿਰ ਉਸ ਤੋਂ ਬਾਅਦ ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਭ ਤੋਂ ਪਹਿਲਾਂ ਤਾਂ 6ਵੇਂ ਪਾਤਸ਼ਾਹ ਜੀ ਦੇ ਜੋ ਬਾਬਤ ਲਿਖੀਆਂ ਹੋਈਆਂ ਨੇ ਵਾਰਾਂ, ਉਹਨਾਂ ਨੇ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਅੱਜ 6ਵੇਂ ਪਾਤਸ਼ਾਹ ਦਾ ਇੱਕ ਹੋਰ ਗੱਲ ਸੀ। ਅੱਜ 6ਵੇਂ ਪਾਤਸ਼ਾਹ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਹੈ। ਅੱਜ ਦੇ ਦਿਨ ਸਿੱਖ ਕੌਮ ਦੇ ਵਿੱਚ ਟਰਨਿੰਗ ਪੁਆਇੰਟ ਆਇਆ ਸੀ। ਅੱਜ 5 ਗੁਰੂ ਸਾਹਿਬਾਨ ਪਹਿਲਾਂ ਸ਼ਾਂਤਮਈ ਢੰਗ ਨਾਲ ਗੁਜਰੇ, ਮਤਲਬ ਕਿ ਜਿਹੜਾ ਜਾਮੇ ਸ਼ਾਂਤਮਈ ਢੰਗ ਨਾਲ ਉਹਨਾਂ ਦੇ ਜਾਮੇ, ਪਹਿਲਾਂ 5 ਜਾਮੇ ਜੋਤੀ ਜੋਤ ਸਮਾ ਗਏ। ਫਿਰ ਜਿਹੜੇ ਬਾਅਦ ਦੇ 5 ਜਾਮੇ ਸੀ, ਕਿਉਂਕਿ ਨਾ ਚੂਕਾ ਜਾਮ ਹਿਲ ਤੇ ਦਰਗੁਦਸ਼ਤ ਹਾਲਾਲਸਤ ਬੁਰਦਨ ਬਾਦ ਸ਼ਮਸ਼ੀਰ ਦਸਤ, ਇੱਕ 10ਵੇਂ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਸੀ। ਉਹ ਔਰੰਗਜ਼ੇਬ ਪੜ੍ਹ ਕੇ ਬਿਮਾਰ ਹੋ ਗਿਆ ਸੀ। ਇਹ ਪੜ੍ਹ ਕੇ ਫਿਰ ਬਿਮਾਰ ਹੋ ਗਿਆ। ਫਿਰ ਫਤਿਹ ਨਹੀਂ ਬੁਲਾਈ, ਕੱਟੜ ਸੀ ਮੁਸਲਮਾਨ। ਉਹਦੀ ਧੀ ਸਿਆਣੀ ਸੀ, ਕਹਿੰਦੀ ਅੱਬਾ ਜਾਨ ਫਤਿਹ ਬੁਲਾ ਲੈ ਤੇਰੇ ਸੌਖੇ ਪ੍ਰਾਣ। ਉਹਨੇ ਫਤਿਹ ਨਹੀਂ ਬੁਲਾਈ, ਔਖਾ ਤੜਪ ਤੜਪ ਕੇ ਮਰਿਆ ਔਰੰਗਜ਼ੇਬ। ਫਿਰ ਅੱਜ 6ਵੇਂ ਪਾਤਸ਼ਾਹ ਸਾਹਿਬ ਜੀ ਦਾ ਅੱਜ ਮੀਰੀ ਪੀਰੀ ਦਿਵਸ ਹੈ। ਬਾਬਾ ਬੁੱਢਾ ਜੀ ਨੇ 11 ਸਾਲ ਦੀ ਉਮਰ ਵਿੱਚ, 11 ਸਾਲ ਦੀ ਉਮਰ ਸੀ 6ਵੇਂ ਪਾਤਸ਼ਾਹ ਸਾਹਿਬ ਜੀ ਦੀ, ਜਦ ਕਿਉਂਕਿ 1695 ਵਾਹਿਗੁਰੂ 1595 ਵਿੱਚ ਤਾਂ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਅਤੇ 1604 ਜਾਂ 5 ਵਿੱਚ 1605 ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਫਿਰ 11 ਸਾਲ ਦੀ ਉਮਰ ਸੀ ਉਹਨਾਂ ਦੀ। ਫਿਰ 11 ਸਾਲ ਦੀ ਉਮਰ ਦੇ ਵਿੱਚ, ਮੈਂ ਸ਼ਾਇਦ ਇਤਿਹਾਸ ਥੋੜ੍ਹਾ ਜਿਹਾ ਗਲਤ ਵੀ ਕਈ ਵਾਰ ਵਿਸਰ ਜਾਂਦਾ ਹੈ ਨਾ ਇਤਿਹਾਸ। 1605 ਜਾਂ 1606 ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਡਾਊਟ ਗੱਲ ਦਾ ਹੈਗਾ ਇਹ। 1606 ਦਾ ਜ਼ਿਆਦਾਤਰ ਮੰਨੀਦਾ ਹੈ। ਫਿਰ 1606 ਦੇ ਵਿੱਚ ਜਦ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਜਹਾਂਗੀਰ ਬਾਦਸ਼ਾਹ ਨੇ ਸ਼ਹੀਦ ਕਰ ਦਿੱਤਾ। ਫਿਰ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਕਿਹਾ ਵੀ ਆਇਨ ਲੋਟ ਆਉਂਦੇ। ਹੁਣ ਆਪਾਂ ਕਹਾਵਤ ਸੁਣੀ ਹੈ, ਇੱਕ ਹਿੰਦੀ ਦੀ ਕਹਾਵਤ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਜਦ ਤੱਕ ਫਿਰ ਆਪਾਂ ਹਥਿਆਰ ਨਹੀਂ ਚੁੱਕੇ, ਜ਼ਿਆਦਾ ਹਥਿਆਰ ਚੁੱਕ ਲਏ ਜਦੇ ਜਹਾਂਗੀਰ ਬਾਦਸ਼ਾਹ ਹਰਿਮੰਦਰ ਸਾਹਿਬ ਆਇਆ ਅਤੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਇੱਕ ਲਾਲ ਗਲੀਚਾ ਵਿਛਾਇਆ, ਰੈੱਡ ਕਾਰਪੇਟ ਕਹਿੰਦੇ ਜਿਹਨੂੰ ਆਪਾਂ, ਕਿਉਂਕਿ ਸ਼ੁਰੂ ਤੋਂ ਪਰੰਪਰਾ ਚੱਲਦੀ ਆ ਰਹੀ ਹੈ। ਫਿਰ ਉਸ 'ਤੇ ਲਾਲ ਗਲੀਚਾ ਵਿਛਾਇਆ ਸੀ ਜਹਾਂਗੀਰ ਬਾਦਸ਼ਾਹ ਨੇ। ਫਿਰ ਮਾਤਾ ਜੀ ਦੇ ਪੈਰਾਂ ਵਿੱਚ क्षमा ਮੰਗੀ ਸੀ, ਕਿਉਂਕਿ ਇਹ ਸ਼ਸਤਰਾਂ ਦੇ ਨਾਲ ਹੀ ਲੋਟ ਆਉਂਦੇ ਨੇ। ਬਾਬਾ ਜਰਨੈਲ ਸਿੰਘ ਨੇ ਸ਼ਸਤਰ ਵੀ ਤਾਂ ਹੀ ਚੱਕੇ ਸੀ ਬਈ ਇਹ ਸਰਕਾਰ ਦੇ ਕੰਨ ਖੜੇ ਹੋ ਜਾਵੇਂ ਵੀ ਸਿੱਖਾਂ ਨੇ ਹੱਥਾਂ ਚੂੜੀਆਂ ਨਹੀਂ ਪਾਈਆਂ ਹੋਈਆਂ। ਜਿਹੜੀ ਕੌਮ ਦੇ ਕੋਲ, ਕਿਉਂਕਿ ਜਿਹੜੀ ਕੌਮ ਦੇ ਕੋਲ ਬਲ ਨਹੀਂ ਹੋਊਗਾ ਨਾ, ਉਹ ਰਾਜ ਨਹੀਂ ਲੈ ਸਕੂਗੀ। ਜਿਹਦਾ ਰਾਜ ਨਹੀਂ ਹੋਊਗਾ ਉਹ ਕੌਮ ਰਹਿ ਨਹੀਂ ਸਕਦੀ ਕਦੇ। ਕਿਉਂਕਿ ਮਹਾਰਾਜ ਸਾਹਿਬ ਨੇ ਖਾਲਸੇ ਨੂੰ ਰਾਜ ਦੇਣ ਵਾਸਤੇ ਕਿਹਾ। ਜੇ ਮਹਾਰਾਜ ਸਾਹਿਬ ਕਹਿੰਦੇ ਵੀ ਸ਼ਾਂਤਮਈ ਢੰਗ ਨਾਲ ਜੀਵਨ ਬਤੀਤ ਕਰਨਾ ਹੈ, ਚਿੱਟੇ ਕੱਪੜੇ ਪਾ ਕੇ ਰੱਖਣੇ ਨੇ, ਤਾਂ ਮਹਾਰਾਜ ਸਾਹਿਬ ਕਾਹਤੇ ਕਹਿੰਦੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ? ਕਾਹਤੇ ਕਹਿੰਦੇ ਇਹ ਸ਼ਸਤਰਾਂ ਦੇ ਅਧੀਨ ਹੀ ਰਾਜ ਹੈ। ਇਹ ਜਿਹੜੀ ਸਰਕਾਰਾਂ ਦੀ ਕਈ ਵਾਰ ਹਵਾ 'ਚ ਜ਼ਿਆਦਾ ਹੀ ਉੜਨ ਲੱਗ ਜਾਂਦੇ ਨੇ, ਜ਼ਿਆਦਾ ਨੂੰ ਆਪਣੀ ਸ਼ੌਹਰਤ ਦਾ ਮਾਣ ਹੋ ਜਾਂਦਾ ਹੈ। ਕਿਉਂਕਿ ਸਮੇਂ ਦੀ ਹਕੂਮਤ ਸੀ ਉਹ ਇੰਦਰਾ ਗਾਂਧੀ, ਪਹਿਲਾਂ ਕਹਿੰਦੀ ਸੀ ਬਈ ਮੈਂ ਐਮਰਜੈਂਸੀ ਲਾਤੀ, ਐਮਰਜੈਂਸੀ ਲਾ ਕੇ ਉਸਨੇ ਵੀ ਮੈਂ ਤਾਂ ਐਮਰਜੈਂਸੀ ਲਾ ਚੁੱਕੀ ਹਾਂ, ਮੈਂ ਕਿਸੇ ਤੋਂ, ਮੈਂ ਸ਼ਬਦ ਆ ਗਿਆ ਨਾ, ਮੈਂ ਕਿਸੇ ਤੋਂ ਕਿਵੇਂ ਡਰ ਸਕਦੀ ਹਾਂ। ਪਹਿਲਾਂ ਚੌਥੀ ਪ੍ਰਧਾਨ ਮੰਤਰੀ ਬਣੀ ਆਜ਼ਾਦ ਭਾਰਤ ਦੀ, ਚੌਥੀ ਪ੍ਰਧਾਨ ਮੰਤਰੀ। ਫਿਰ ਉਸ ਤੋਂ ਬਾਅਦ 8ਵੀਂ ਪ੍ਰਧਾਨ ਮੰਤਰੀ ਆਜ਼ਾਦ ਭਾਰਤ ਦੀ ਇੰਦਰਾ ਗਾਂਧੀ ਬਣੀ। ਉਸ ਤੋਂ ਬਾਅਦ ਉਹਨੂੰ ਹੰਕਾਰ ਹੋ ਗਿਆ ਸੀ ਬਈ ਸਾਡੀ ਪਰਿਵਾਰ ਦਾ ਰਾਜ ਹੋ ਜਾਣਾ, ਕਿਉਂਕਿ ਸ਼ੁਰੂ ਤੋਂ ਹੀ ਨਾ ਗਾਂਧੀ ਪਰਿਵਾਰ, ਨਹਿਰੂ ਪਰਿਵਾਰ ਦਾ ਹੀ ਰਾਜ ਚੱਲਦਾ ਆ ਰਿਹਾ ਸੀਗਾ ਆਜ਼ਾਦੀ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਨੇ ਅੱਜ
ਸ਼ਸਤਰ ਧਾਰਨ ਕੀਤੇ। ਮਹਾਰਾਜ ਜੀ ਨੇ ਅੱਜ ਪਹਿਲੀ ਵਾਰ ਸਿੱਖ ਕੌਮ ਦੇ ਵਿੱਚ ਕਿਰਪਾਨ ਸ਼ਬਦ ਆਇਆ ਸੀ। ਪਹਿਲੀ ਵਾਰ, ਪਹਿਲਾਂ ਵੀ ਕਿਰਪਾਨਾਂ ਸੀ, ਜਥੇਬੰਦੀ ਤਾਂ ਪਹਿਲਾਂ ਵੀ ਸੀ ਸਿੱਖ ਕੌਮ ਦੇ, ਪਰ ਸਿੱਖ ਬਲਵਾਨ ਨਹੀਂ ਸੀ, ਉਹਨਾਂ ਕੋਲ ਜਜ਼ਬਾ ਨਹੀਂ ਸੀ ਲੜਨ ਦਾ। ਮਹਾਰਾਜ ਦੀ ਕਿਰਪਾ ਹੋ ਜਾਂਦੀ ਫਿਰ ਤਾਂ ਸਿਰ ਵੱਢ ਦਿੰਦੇ, ਪਰ ਸਿਖਲਾਈ ਵੀ ਹੋਣੀ ਚਾਹੀਦੀ ਸੀ। ਹਰ ਚੀਜ਼ ਦੀ ਸਿਖਲਾਈ ਲੈਣੀ, ਗੁਰ ਲੈਣੀ ਜ਼ਰੂਰੀ ਹੈ। ਫਿਰ ਉਹਨਾਂ ਨੇ ਇੱਕ ਸ਼ਸਤਰ, ਅੱਜ ਤੋਂ 6ਵੇਂ ਪਾਤਸ਼ਾਹ ਨੇ ਪਹਿਰੇ, ਫਿਰ ਅਕਾਲ ਤਖਤ ਦੀ ਸਿਰਜਣਾ ਕੀਤੀ, ਜਿਹੜਾ ਉਸ ਸਮੇਂ ਜੇ ਗੌਰਮੈਂਟ ਨੇ ਢਾਹ ਦਿੱਤਾ ਸੀ 1984 ਵਿੱਚ। ਫਿਰ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਬਾਬਾ ਸੰਤਾ ਸਿੰਘ ਜੀ ਨੇ ਪਹਿਲਾਂ ਬਣਾਇਆ ਸੀ, ਪੰਥ ਦਾ ਪ੍ਰਵਾਨ ਨਹੀਂ ਕੀਤਾ। ਫਿਰ 1986 ਵਿੱਚ ਦੁਬਾਰਾ ਤੋਂ ਸਿਰਜਣਾ ਕੀਤੀ। ਫਿਰ ਇੱਕ ਆਪਾਂ ਨੂੰ ਉਹਦੇ 'ਚ ਵੀ ਆਉਂਦਾ ਤਵਾਰਿਖ ਵਾਹਿਗੁਰੂ ਗੁਰੂ ਬਿਲਾਸ ਪਾਤਸ਼ਾਹ 6ਵੇਂ ਵਿੱਚ ਸ਼ਬਦ ਆਉਂਦਾ ਹੈ, किसी राज ना हाथ लगायो बुढ़ा और गुरदास बनायो। किसी भी राजे ने हथ नहीं लगाया, बाबा बुढ़ा जी ਅਤੇ ਭਾਈ ਗੁਰਦਾਸ ਜੀ ਨੇ ਅਕਾਲ ਤਖਤ ਨੂੰ ਬਣਾਇਆ ਹੈ। ਹਾਂਜੀ, ਬਹੁਤ ਹੀ ਤੁਸੀਂ ਪੂਰਨ ਤੌਰ ਤੇ ਪੜ੍ਹੇ ਹੋਏ ਹੋ, ਬਹੁਤ ਕਿਤਾਬਾਂ ਪੜ੍ਹਦੇ ਨੇ, ਲਾਇਬ੍ਰੇਰੀ 'ਚ ਤੁਹਾਨੂੰ ਦਿਖਾਈਆਂ ਸੀ। ਤੁਹਾਨੂੰ ਲਾਇਬ੍ਰੇਰੀ ਵੀ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂਗੇ ਇੱਕ ਸਾਈਡ ਤੇ, ਜਿਹਦੇ ਵਿੱਚ ਹਰਮਨ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਰੱਖੀਆਂ ਨੇ, ਜਿਸ 'ਚੋਂ ਗੁਰਬਾਣੀ ਦੀ ਜਿਹੜੀ ਸੰਥਿਆ ਲੈਂਦੇ ਨੇ, ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਪੂਰਨ ਤੌਰ ਤੇ ਗੁਰਬਾਣੀ ਦੇ ਨਾਲ ਜੁੜੇ ਹੋ। ਸਕੂਲ ਜਾਂਦੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਹਾਂਜੀ, ਮੈਂ ਜਿਸ 8th 'ਚ ਹੋ ਗਿਆ, ਹੁਣ 7th ਦੇ ਪੇਪਰ ਦੇ ਕੇ, ਅਤੇ ਫਿਰ ਉਹਦੇ ਬਾਅਦ 8th ਜਾਣ ਦਾ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ, ਕਰੋਨਾ ਵਾਇਰਸ ਹੋ ਗਿਆ। ਹਾਂਜੀ, ਹੁਣ ਪੇਪਰ ਦਿੱਤੇ 8th ਕਲਾਸ ਵਿੱਚ ਮੈਂ ਪੜ੍ਹਦਾ ਹਾਂ ਜੀ। ਮਹਾਰਾਜ ਦੀ ਕਿਰਪਾ ਨਾਲ ਵਧੀਆ ਪੜ੍ਹਾਈ ਵਿੱਚ ਹੋ ਜਾਣਾ ਹੈ। ਮੇਰੇ 94 ਤੋਂ ਜਾਂ 95 ਤੋਂ ਉੱਪਰ ਹੀ ਆਬਾਦੀ ਆਉਂਦੀ ਹੈ। ਮਾਰਕਸ ਆਉਂਦੇ, ਕੀ ਬਾਤ ਹੈ ਜੀ। ਤਾਂ ਵਾਹਿਗੁਰੂ ਦੀ ਇਹਨਾਂ ਦੇ ਪੂਰਨ ਤੌਰ ਤੇ ਕਿਰਪਾ ਹੈ। ਫਿਰ ਡਰੈਸਅਪ ਕੀ ਹੁੰਦਾ ਸਕੂਲ 'ਚ ਜਾਣ ਵੇਲੇ? ਉਦੋਂ ਵਰਦੀ 'ਚ ਜਾਂਦੇ ਹੋ ਕਿ ਇਸ ਬਾਣੇ 'ਚ ਜਾਂਦੇ ਹੋ? ਹਾਂਜੀ, ਕਿਉਂਕਿ ਸਕੂਲ ਦੇ ਰੂਲ ਮੰਨਣੇ ਪੈਂਦੇ ਆ, ਹਰ ਚੀਜ਼ ਦੇ ਰੂਲ ਮੰਨਣੇ ਪੈਂਦੇ ਹੈ। ਫਿਰ ਕਿਉਂਕਿ ਇਹ ਮੇਰੀ ਸਿੱਖ ਕੌਮ ਦੀ ਵਰਦੀ ਹੈ, ਇਹ ਗੁਰੂ ਦੀ ਵਰਦੀ ਹੈ, ਇਹ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਅਕਾਲ ਪੁਰਖ ਦੀ ਵਰਦੀ ਹੈ। ਫਿਰ ਉਹ ਸੰਸਾਰੀ ਸਕੂਲ ਦੀ ਵਰਦੀ, ਕਿਉਂਕਿ ਜਿਹੜਾ ਸਿੱਖ ਦਾ ਸ਼ਬਦ ਦਾ ਅਰਥ ਕੀ ਹੈ? ਵਿਦਿਆਰਥੀ। ਮੈਂ ਗੁਰੂ ਦਾ ਵਿਦਿਆਰਥੀ ਹਾਂ। ਇਹ ਗੁਰੂ ਦਾ ਜਿਹੜਾ ਸਕੂਲ ਹੈ ਨਾ, ਇਹ ਉਸ ਦੀ ਵਰਦੀ ਹੈ। ਜਿਹੜੀ ਸੰਸਾਰਿਕ ਸਕੂਲਾਂ ਦੀ ਵਰਦੀ ਹੈ, ਉਹ ਜਿਹੜੀ ਨਾਰਮਲ ਹੋਰ ਬੱਚਿਆਂ ਦੀ ਹੁੰਦੀ ਹੈ, ਕਿਉਂਕਿ ਸਕੂਲਾਂ ਦੇ ਰੰਗ ਆਪਣੇ ਚੂਜ਼ ਕੀਤੇ ਹੁੰਦੇ ਨੇ, ਉਸ ਹਿਸਾਬ ਨਾਲ ਜੋ ਵੀ ਸਾਡੀ ਵਰਦੀ ਦਾ ਜੋ ਵੀ ਸ਼ਡਿਊਲ ਹੈ ਰੋਜ਼, ਕਿਉਂਕਿ ਵਰਦੀ ਬਦਲ ਕੇ ਪਾਈ ਦੀ ਹੈ, ਉਵੇਂ ਉਸ ਤਰ੍ਹਾਂ ਨਾਲ ਫਿਰ ਸਾਡੇ ਜੋ ਵੀ ਸ਼ਡਿਊਲ ਹੈ ਉਸ ਤਰ੍ਹਾਂ ਨਾਲ ਅਸੀਂ ਵਰਦੀ ਪਾਉਂਦੇ ਹਾਂ। ਹਾਂਜੀ ਸਰ। ਮੈਂ ਜੀ ਕਹਿੰਦੇ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਬੜਾ ਰੰਗ ਬਦਲ ਲੈਂਦਾ ਹੁੰਦਾ ਹੈ ਹਨਾ, ਤੇ ਆਮ ਤੌਰ ਤੇ ਇੱਕ ਕਹਾਵਤ ਤੇ ਹੈਗੀ ਹੈ ਕਿ ਜੇ ਇਦਾਂ ਦਾ ਤੁਸੀਂ ਹੋ ਤੇ ਉਦਾਂ ਦਾ ਸਾਹਮਣੇ ਵਾਲਾ ਹੁੰਦਾ, ਤੁਹਾਡੀ ਸੰਗਤ ਤੇ ਉਵੇਂ ਦਾ ਪ੍ਰਭਾਵ ਪੈਂਦਾ ਹਨਾ। ਤੁਸੀਂ ਦੋਸਤ ਮਿੱਤਰਾਂ ਦੇ ਨਾਲ ਵੀ ਰਹਿੰਦੇ ਹੋ, ਤੇ ਜਦੋਂ ਟੀਚਰ ਕਲਾਸ 'ਚ ਪੜ੍ਹਾਉਣ ਆਉਂਦੇ ਆ, ਅਧਿਆਪਕ ਆਉਂਦੇ ਆ, ਤੇ ਤੁਹਾਡੀਆਂ ਗੱਲਾਂ ਸੁਣ ਕੇ ਬੜੇ ਪ੍ਰਭਾਵਿਤ ਹੁੰਦੇ ਹੋਣਗੇ। ਕਈ ਵਾਰ ਮੌਕਾ ਮਿਲਦਾ ਟੀਚਰਾਂ ਦੇ ਨਾਲ ਗੱਲਬਾਤ ਕਰਨ ਦਾ? ਜ਼ਿਆਦਾਤਰ ਤਾਂ ਜੀ ਅਸੀਂ ਸ਼ਾਰਟ ਬ੍ਰੇਕ ਜਾਂ ਲੌਂਗ ਬ੍ਰੇਕ ਜੋ ਵੀ ਸਾਡੀ ਹੁੰਦੀ ਹੈ ਨਾ, ਬ੍ਰੇਕ ਵਿੱਚ ਜ਼ਿਆਦਾ ਟਾਈਮ, ਕਿਉਂਕਿ ਉਸ ਟਾਈਮ ਗੱਲ ਕਰਦੇ ਹੈ। ਸਭ ਤੋਂ ਪਹਿਲਾਂ ਤਾਂ ਉਸ ਟਾਈਮ ਮੇਰਾ ਜਿਹੜਾ ਧਰਮ ਹੁੰਦਾ ਹੈ ਨਾ, ਉਹ ਧਰਮ ਮੇਰਾ ਕੀ ਹੁੰਦਾ ਹੈ ਕਿ ਜਿਹੜਾ ਟੀਚਰ ਪੜ੍ਹਾ ਰਿਹਾ ਉਹ ਸੁਣਨਾ, ਕਿਉਂਕਿ ਜੇ ਮੈਂ ਉਹ ਧਰਮ ਨਹੀਂ ਪਾਲਣਾ ਕਰੂੰਗਾ, ਫਿਰ ਜਿਹੜਾ ਅੱਗੇ ਧਰਮ ਸੰਕਟ ਆਊਗਾ ਪੇਪਰਾਂ ਦਾ, ਉਸ ਵਿੱਚ ਕਿਵੇਂ ਮੈਂ ਪਾਸ ਹੋਵਾਂਗੇ। ਇਸ ਲਈ ਉਹ ਧਰਮ ਨੂੰ ਵੀ ਪਾਲਣਾ ਕਰਨੀ ਜ਼ਰੂਰੀ ਹੈ। ਉਸ ਟਾਈਮ 'ਤੇ ਮੇਰਾ ਸਭ ਤੋਂ ਬੜਾ ਧਰਮ ਹੁੰਦਾ ਹੈ ਕਿ ਮੈਂ ਟੀਚਰ ਦੀ ਗੱਲ ਮੰਨਣੀ ਹੈ। ਫਿਰ ਉਸ ਟਾਈਮ 'ਤੇ ਜਦ ਟੀਚਰ ਕੰਮ ਕਰਾ ਕੇ ਜਦ ਸਾਰਾ ਕੰਮ ਹੋ ਜਾਂਦਾ ਹੈ, ਕਿਉਂਕਿ ਕਈ ਵਾਰ ਟੀਚਰ ਘੱਟ ਕੰਮ ਕਰਾਉਂਦੇ, ਕਿਉਂਕਿ ਟੀਚਰ ਨੇ ਆਪਣਾ ਟਾਈਮ ਟੇਬਲ ਮਿੱਥਿਆ ਹੁੰਦਾ ਹੈ ਵੀ ਮੈਂ ਇੰਨਾ ਕੰਮ ਕਰਾਉਣਾ ਹੈ। ਫਿਰ ਜਿੰਨਾ ਉਹਨਾਂ ਦਾ ਕੰਮ ਜਦ ਸਮਾਪਤੀ ਹੋ ਜਾਂਦੀ ਆ ਕੰਮ ਦੀ, ਜਦ ਇੱਕ ਜਾਂ ਅੱਧਾ ਚੈਪਟਰ ਕਰਾ ਕੇ, ਫਿਰ ਕਈ ਵਾਰ 5 ਮਿੰਟ ਬਚ ਜਾਂਦੇ ਨੇ ਬ੍ਰੇਕ ਵਿੱਚ ਹੋਣ ਵਿੱਚ, ਫਿਰ 5 ਮਿੰਟਾਂ ਵਿੱਚ ਕਈ ਵਾਰ ਗੁਰਮਤਿ ਦੀ ਗੱਲ ਕਰੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜੇ ਗੁਰਮਤਿ ਦੀ ਗੱਲ ਜ਼ਿਆਦਾ ਲੰਬੀ ਚੱਲ ਪਏ, ਫਿਰ ਬ੍ਰੇਕ ਵੀ ਸਾਰੀ ਲੱਗ ਜਾਂਦੀ ਹੈ ਜੀ। ਸੋ ਜਿੱਦਾਂ ਹੁਣ ਤੁਸੀਂ ਸਕੂਲ ਵੀ ਜਾਂਦੇ ਹੋ, ਪੜ੍ਹਦੇ ਲਿਖਦੇ ਵੀ ਹੋ, ਤੇ ਗੱਲ ਕਰਦੇ ਹਾਂ ਕਿ ਸਵੇਰੇ ਉੱਠਦੇ ਕਿੰਨੇ ਕੁ ਟਾਈਮ ਤੇ ਹੋ? ਕਿਉਂਕਿ ਜਿੰਨੀਆਂ ਤੁਹਾਡੀਆਂ ਗੱਲਾਂ ਤੁਸੀਂ ਪ੍ਰਭਾਵਿਤ ਹੋ ਗਈਆਂ, ਤੇ ਮੈਨੂੰ ਲੱਗਦਾ ਕਿ ਜਿਹੜਾ ਅੰਮ੍ਰਿਤ ਵੇਲਾ ਵੀ ਜ਼ਰੂਰ ਸਾਂਭਦੇ ਹੋਵੋਗੇ ਤੁਸੀਂ। ਹਾਂਜੀ, ਹੁਣ ਤੱਕ ਤਾਂ ਜੀ ਮੈਂ ਅੰਮ੍ਰਿਤ ਵੇਲਾ ਸਾਂਭਦਾ, ਪਰ ਮੈਂ ਦੱਸ ਨਹੀਂ ਸਕਦਾ ਕਿੰਨੇ ਵਜੇ ਸਾਂਭਦਾ, ਕਿਉਂਕਿ ਨਾ ਉਹ ਜੇ ਮੈਂ ਹੁਣ ਦੱਸਤਾ ਕੱਲ੍ਹ ਤੋਂ ਮੈਂ ਉੱਠ ਨਹੀਂ ਹੋਣਾ। ਕੀ ਬਾਤ ਹੈ ਜੀ, ਇਹ ਤਾਂ ਗੁਪਤ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਨੇ। ਸੋ ਇਹ ਹਰਮਨ ਦੀਆਂ ਗੱਲਾਂ ਸੁਣ ਕੇ ਅਸੀਂ ਤਾਂ ਬਹੁਤ ਜ਼ਿਆਦਾ, ਮੈਂ ਤਾਂ ਕਾਇਲ ਹੋ ਗਈ ਹਾਂ ਹਰਮਨ ਦੀ, ਕਿਉਂਕਿ ਕਿਆ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਪੂਰਨ ਤੌਰ ਤੇ ਜਾਣਕਾਰੀ ਹੋਣਾ ਸਾਡੇ ਦਿਲ ਨੂੰ ਛੂਹ ਗਈ ਹੈ। ਸੋ ਹਰਮਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਅੱਜ ਸਾਂਝਾ ਕੀਤਾ ਹੈ, ਬੋਲ ਸਾਂਝੇ ਕੀਤੇ ਨੇ। ਅੱਜ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ, ਤੇ ਅੱਜ ਹਰਮਨ ਦੇ ਬਹੁਤ ਸਾਰੇ ਮੁਰੀਦ ਹੋਣਗੇ ਕਿ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਪੁਲਾਂਘ ਪੁੱਟੀ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਅੱਜ ਮੈਂ ਐਂਡਿੰਗ ਸਾਰਿਆਂ ਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਵੱਧ ਤੋਂ ਵੱਧ ਨਾਮ ਜਪੋ, ਆਪਣੇ ਜੀਵਨ ਦਾ ਟਾਈਮ ਟੇਬਲ ਆਧਾਰਿਤ ਕਰਕੇ ਰੱਖੋ। ਜਿਹੜੇ ਸਕੂਲ ਜਾਂਦੇ ਬੱਚੇ ਆ ਉਹਨਾਂ ਵਾਸਤੇ ਸਪੈਸ਼ਲੀ ਹੈ, ਕਿਉਂਕਿ ਉਹਨਾਂ ਨੇ ਆਪਣੀ ਸਾਰੀ ਚੀਜ਼ ਬੈਲੈਂਸ ਕਰਨੀ ਹੁੰਦੀ ਹੈ। ਮੇਰੇ ਉਹਨਾਂ ਨੂੰ ਬੇਨਤੀ ਹੈ, ਵਰਜਿਸ਼ ਵੀ ਨਾਲ ਜ਼ਰੂਰੀ ਹੈ,
ਕਿਉਂਕਿ ਫਿਰ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਾਬਾ ਗੁਰਬਚਨ ਸਿੰਘ ਜੀ ਨੂੰ ਕਹਿ ਕੇ ਗਏ ਸੀ ਕਿ ਕਸਰਤ ਸਰੀਰ ਦੀ ਜ਼ਰੂਰੀ ਹੈ, ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਪਹਿਲਾਂ ਚੌਂਕੜਾ ਮਾਰਿਆ, ਉਸ ਤੋਂ ਬਾਅਦ ਉਹਨਾਂ ਨੇ ਖੇਤਾਂ 'ਚ ਬੈਠ ਕੇ ਕੰਮ ਕੀਤਾ ਹੈ, ਕਿਉਂਕਿ ਨਾਲ ਦੀ ਨਾਲ ਜੇ ਚੌਂਕੜਾ 22 ਘੰਟੇ ਚੌਂਕੜਾ ਮਾਰਨਾ ਸੌਖਾ ਨਹੀਂ ਸੀ। ਫਿਰ ਉਹਨਾਂ ਦੇ ਜਿਹੜੇ ਮਤਲਬ ਕਿ ਜੇ ਆਪਾਂ ਚੌਂਕੜੀ ਮਾਰਦੇ ਨਾ ਆਪਣੀ ਲੱਤਾਂ ਜਾਮ ਜਿਹੀਆਂ ਹੋ ਜਾਂਦੀਆਂ ਹੈ, ਫਿਰ ਐ ਇਸ ਤਰ੍ਹਾਂ ਨਾਲ ਤਾਂ ਉਹਨਾਂ ਦੀ ਫਿਰ ਜਿਹੜੀਆਂ ਹੱਡ ਪੈਰ ਸੀ ਉਹ ਖੁੱਲ੍ਹਣੇ ਨਹੀਂ ਸੀ। ਬਾਬਾ ਜੀ ਦੇ ਜੇ ਆਪਾਂ ਕਰ ਦੇਖਿਆ 6 ਫੁੱਟ ਦਾ ਸੀ, ਫਿੱਟ ਪਏ ਸੀ, ਪੂਰੇ ਛਟੀ ਵਾਂਗੂ ਪਏ ਸੀ ਕਿ ਜੇ ਆਪਾਂ ਕਹਿ ਦਈਏ। ਇਸ ਲਈ ਵਰਜਿਸ਼ ਵੀ ਜ਼ਰੂਰੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠੋ। ਸਭ ਤੋਂ ਪਹਿਲਾਂ ਤਾਂ ਆਤਮਾ ਦੀ ਵਰਜਿਸ਼ ਜ਼ਰੂਰੀ ਹੈ। ਅੰਮ੍ਰਿਤ ਵੇਲੇ ਉੱਠਾਂਗੇ, ਚਾਹ ਨੂੰ ਬਾਅਦ 'ਚ ਮੂੰਹ ਲਾਇਓ, ਕਿਉਂਕਿ ਚਾਹ ਦਾ ਪਿਆਲਾ ਇਹ ਅੰਗਰੇਜ਼ਾਂ ਦੀ ਚਾਲ ਸੀ ਕਿ ਚਾਹ ਦਾ ਪਿਆਲਾ ਦੇ ਕੇ ਆਪਣੇ ਦੇਸ਼ ਨੂੰ ਨਸ਼ੇੜੀ ਬਣਾ ਕੇ ਚਲੇ ਗਏ। ਇਹ ਚਾਹ ਵੀ ਅਮਲ ਹੈ, ਅਮਲ। ਉਹਨੂੰ ਅਮਲੀ ਕਹਿੰਦੇ ਜਿਹੜਾ ਚਾਹ ਪੀ ਜਾਂਦਾ ਹੈ। ਦਮਦਮੀ ਟਕਸਾਲ 'ਚ ਨਹੀਂ ਪੀਂਦੇ ਇਹਨੂੰ, ਤਾਂ ਨਿਹੰਗ ਸਿੰਘ ਕਹਿ ਦਿੰਦੇ ਵੀ ਢਿੱਡ ਫੂਕਣੀ ਹੈ ਇਹ, ਕਿਉਂਕਿ ਢਿੱਡ ਤੋਂ ਫੂਕਦੀ ਹੈ, ਇਹਦੇ ਨਾਲ ਕੋਈ ਬੰਦੇ ਦੀ ਗਰੋਥ ਨਹੀਂ ਹੁੰਦੀ ਜਾਂ ਬੰਦਾ ਵੱਧਦਾ ਫੁੱਲਦਾ ਨਹੀਂ ਹੈਗਾ। ਵੱਧ ਤੋਂ ਵੱਧ ਦੁੱਧ ਪੀਓ। ਫਿਰ ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਤਾਂ ਨਿਤਨੇਮ ਸ਼ੁਰੂ ਕਰੋ। ਜਦ ਜਾਪ ਸਾਹਿਬ ਦੇ ਸ਼ਬਦ ਆਉਣਗੇ ਨਾ, ਨਮਸਤੰਗ ਕਾਲੇ ਨਮਸਤੰਗ ਕਿਰਪਾਲੇ, ਇਹ ਸ਼ਬਦ ਆਉਣਗੇ ਤਾਂ ਆਪੇ ਜਾ ਖੁੱਲੀ ਜਾਊਗੀ। ਵੈਸੇ ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਗਿਆ, ਮੈਂ ਪੁੱਛ ਹੀ ਲੈਂਦੀ ਹਾਂ, ਖਤਮ ਕਰਾਂਗੇ ਉਸ ਤੋਂ ਬਾਅਦ ਆਪਾਂ ਇੰਟਰਵਿਊ। ਇੱਕ ਏਮ ਹੁੰਦਾ ਹਰ ਇੱਕ ਦਾ ਕਿ ਅਸੀਂ ਇਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਕੁਝ ਬਣਨਾ ਚਾਹੁੰਦੇ ਹਾਂ। ਕਿਸੇ ਦੇ ਬੱਚਿਆਂ ਦੇ ਸ਼ੌਂਕ ਹੁੰਦੇ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਪੁਲਿਸ ਵਾਲਾ, ਕੋਈ ਫੌਜ ਵਿੱਚ, ਕੋਈ ਕੁਝ ਬਣਨਾ ਚਾਹੁੰਦਾ ਹੁੰਦਾ ਹੈ ਨਾ। ਤੁਹਾਡਾ ਕੀ ਏਮ ਆ? ਸਭ ਤੋਂ ਪਹਿਲਾਂ ਤਾਂ ਜੀ ਮੈਂ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ, ਡਾਕਟਰ ਦਾ ਆਪਣੇ ਦੇਸ਼ ਵਿੱਚ ਥਾਂ ਹੀ ਹੈ। ਡਾਕਟਰ ਮੈਂ ਕਹਿੰਦਾ ਨਹੀਂ ਤੁਸੀਂ ਡਾਕਟਰ ਨਾ ਬਣੋ, ਡਾਕਟਰ ਵੀ ਬਣੋ, ਜਿਹਨੇ ਜੋ ਬਣਨਾ ਬਣੇ, ਠੀਕ ਹੈ ਜੀ। ਪਰ ਮੈਂ ਬੇਨਤੀ ਕਰਦਾ ਹੈ, ਦੇਸ਼ ਨੂੰ ਹੁਣ ਬਹਾਦਰ ਸੂਰਮਿਆਂ ਦੀ ਲੋੜ ਹੋ ਚੁੱਕੀ ਹੈ। ਸੋ ਮੈਂ ਆਪਣੇ ਨੂੰ ਬਹਾਦਰਤਾ ਨਹੀਂ ਕਹਿੰਦਾ, ਪਰ ਮੈਂ ਦੇਸ਼ ਵਾਸਤੇ, ਕਿਉਂਕਿ ਸਿੱਖ ਨੇ, ਮਹਾਰਾਜ ਸਾਹਿਬ ਨੇ ਕਿਹਾ ਹੈ, ਕਿਉਂਕਿ ਆਪਾਂ ਇਸ ਦੇਸ਼ ਦਾ ਅੰਨ ਖਾਂਦੇ ਹਾਂ, ਇਸ ਦੇਸ਼ ਦੀ ਰਾਖੀ ਕਰਨਾ ਆਪਣਾ ਫਰਜ਼ ਹੈ। ਮਹਾਰਾਜ ਸਾਹਿਬ ਨੇ ਕਿਹਾ ਦੇਸ਼ ਕੌਮ ਦੀ ਰਾਖੀ ਕਰਨਾ ਆਪਣਾ ਫਰਜ਼ ਹੈ। ਸੋ ਮੈਂ ਫੌਜ ਵਿੱਚ ਜਾ ਕੇ ਜੋ ਲੈਫਟੀਨੈਂਟ ਕੈਪਟਨ ਵਾਹਿਗੁਰੂ ਕੈਪਟਨ ਦੀ ਭਰਤੀ ਹੋਣਾ ਚਾਹੁੰਦਾ, ਅਤੇ ਫੌਜ ਦਾ ਜਨਰਲ ਬਣਨਾ ਚਾਹੁੰਦਾ ਜੀ ਮੈਂ ਬੜਾ ਹੋ ਕੇ। ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਦਮਦਮੀ ਟਕਸਾਲ ਮਹਿਤੇ ਵਿਖੇ 5 ਪਿਆਰਿਆਂ ਦੀ ਸੇਵਾ ਵਿੱਚ ਲੱਗਣਾ ਚਾਹੁੰਦਾ, ਕਿਉਂਕਿ ਉਹ ਸੇਵਾ ਪਰਮੇਸ਼ਰ ਵਿੱਚ ਲੀਨ ਹੋਣੇ ਵਾਲੀ ਸੇਵਾ ਹੈ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਫਤਿਹ ਅਰਜ ਕਰਾਂਗੇ ਤੁਹਾਡੇ ਨਾਲ। ਸੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਇਸ ਬੱਚੇ ਦੀਆਂ ਜਿਹਨੂੰ ਸਿਰਫ 15 ਸਾਲ ਦੀ ਉਮਰ ਹੈ ਤੇ ਗੱਲਾਂ ਕਿਆ ਬਾਤਾਂ ਨੇ, ਵੱਡੀਆਂ ਵੱਡੀਆਂ ਕਰਦੇ ਨੇ। ਸੋ ਤੁਸੀਂ ਸੁਣ ਵੀ ਲਈਆਂ ਨੇ। ਆਸ ਕਰਦੇ ਹਾਂ ਕਿ ਇੰਟਰਵਿਊ ਤੁਹਾਨੂੰ ਬੇਹੱਦ ਪਸੰਦ ਆਏਗੀ। ਉਤੋਂ ਏਮ ਵੀ ਬੜਾ ਵੱਡਾ ਹੈ, ਜਿੱਥੇ ਗੁਰਬਾਣੀ ਤੇ ਬਾਣੇ ਦੇ ਨਾਲ ਬੜਾ ਪਿਆਰ ਹੈ ਇੱਥੇ, ਤੇ ਨਾਲ ਏਮ ਬੜਾ ਵੱਡਾ ਸੋਚਿਆ ਕਿ ਲੈਫਟੀਨੈਂਟ ਜਨਰਲ ਬਣਨਾ ਚਾਹੁੰਦੇ ਨੇ, ਕੈਪਟਨ ਬਣਨਾ ਚਾਹੁੰਦੇ ਨੇ, ਫੌਜ 'ਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ। ਜਿੱਥੇ ਗੁਰਬਾਣੀ ਨਾਲ ਜੁੜ ਕੇ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ, ਉੱਥੇ ਦੇਸ਼ ਦੀ ਸੇਵਾ ਕਰਨ ਦਾ ਵੀ ਇਹਨਾਂ ਦੇ ਅੰਦਰ ਬੜਾ ਵੱਡਾ ਜਜ਼ਬਾ ਤੇ ਹੌਸਲਾ ਹੈ। ਵਾਹਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਬੁਲੰਦੀਆਂ ਬਖਸ਼ੇ, ਤੇ ਇਸੇ ਤਰ੍ਹਾਂ ਬਾਣੀ ਤੇ ਬਾਣੀ ਨਾਲ ਜੁੜੇ ਰਹਿਣ। ਹੁਣ ਤੁਹਾਡੇ ਤੋਂ ਵੀ ਅਸੀਂ ਲਵਾਂਗੇ ਆਗਿਆ। ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।